ਛਿੱਕ ਵੱਜੀ ਮਾੜੀ ਹੁੰਦੀ ਹੈ, ਨੰਬਰਦਾਰ ਮੱਥੇ ਲੱਗਿਆ ਮਾੜਾ ਹੁੰਦਾ ਹੈ, ਬਿੱਲੀ ਰਸਤਾ ਕੱਟ ਜੇ ਮਾੜੀ ਹੁੰਦੀ ਹੈ, ਮੰਗਲਵਾਰ ਨੂੰ ਨਹਾਉਣਾ ਨਹੀਂ, ਇਸ ਦਿਨ ਲੋਹਾ ਨਹੀਂ ਖਰੀਦਣਾ। ਜਦੋਂ ਕੋਈ ਸ਼ੁਰੂ ਹੁੰਦਾ ਉਦੋਂ ਕੋਈ ਨਾ ਕੋਈ ਕਾਰਨ ਹੁੰਦਾ, ਪਰ ਉਹ ਜੇ ਸਾਨੂੰ ਕਾਰਨ ਦਾ ਲੱਭ ਲਈਏ ਤਾਂ ਪਤਾ ਲੱਗ ਜਾਂਦਾ, ਨਹੀਂ ਤਾਂ ਫਿਰ ਉਹ ਪੀੜ੍ਹੀ ਦਰ ਪੀੜ੍ਹੀ ਉਸੇ ਤਰ੍ਹਾਂ ਵਹਿਮ ਨੇ ਜਿਹੜੇ ਚੱਲਦੇ ਰਹਿੰਦੇ ਨੇ। ਇਹ ਵਹਿਮਾਂ ਤੋਂ ਜਦੋਂ ਤੱਕ ਅਸੀਂ ਨਿਕਲਦੇ ਨਹੀਂ, ਸਾਡਾ ਸਮਾਜ ਹੈ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ। ਦੁਨੀਆ ਮੰਗਲ ਗ੍ਰਹਿ ਤੇ ਜਾ ਰਹੀ ਹੈ ਤੇ ਅਸੀਂ ਮੰਗਲਵਾਰ ਨੂੰ ਹਜੇ ਵੀ ਨਹੀਂ ਨਹਾਉਂਦੇ। ਯੂਰਪ ਦੇ ਵਿੱਚ ਇੱਕ ਬਿਮਾਰੀ ਸੀ, ਜਿੱਦਾਂ ਹੁਣ ਕਰੋਨਾ ਦੇ ਵਿੱਚ ਵੀ ਪਹਿਲਾਂ ਖਾਂਸੀ ਆਉਂਦੀ ਸੀ, ਵੀ ਜੇ ਕੋਈ ਖੰਘਦਾ ਸੀ ਲੋਕ ਡਰ ਜਾਂਦੇ ਸੀ। ਉੱਥੇ ਛਿੱਕ ਆਉਂਦੀ ਸੀ, ਛਿੱਕ ਆਉਣ ਤੋਂ ਬਾਅਦ ਬੰਦੇ ਦੀ ਮੌਤ ਹੋ ਜਾਂਦੀ ਸੀ ਉਸ ਬਿਮਾਰੀ ਨਾਲ। ਉਹ ਤਾਂ ਗੱਲ ਹੋ ਸਕਦੀ ਹੈ ਵੀ ਉਦੋਂ ਛਿੱਕ ਵੱਜਣੀ ਮਾੜੀ ਸਮਝਿਆ ਜਾਂਦਾ ਸੀ, ਕਿਉਂਕਿ ਇਹ ਸੀ ਵੀ ਹੁਣ ਇਸ ਤੋਂ ਬਾਅਦ ਇਹ ਬੰਦੇ ਦੀ ਮੌਤ ਹੋਊਗੀ। ਕੋਈ ਛੋਟਾ ਬੱਚਾ ਉਹ ਰੋਂਦਾ, ਉਹਦਾ ਇਹ ਨਹੀਂ ਦੇਖਣਾ ਵੀ ਇਹਦਾ ਕੋਈ ਕੰਨ ਦੁਖਦਾ ਹੋ ਸਕਦਾ, ਪੇਟ ਦੁਖਦਾ ਹੋ ਸਕਦਾ, ਕੋਈ ਹੋਰ ਬਿਮਾਰੀ ਹੋ ਸਕਦੀ ਆ। ਉਹ ਨਾਲ ਦੀ ਨਾਲ ਉਹੀ ਵਹਿਮ ਵੱਲ ਧਿਆਨ ਵੀ ਇਹਨੂੰ ਤਾਂ ਕਿਸੇ ਦੀ ਨਜ਼ਰ ਲੱਗ ਗਈ। ਦਿਨ ਹੈ ਜਿਹੜਾ ਕੋਈ ਚੰਗਾ ਜਾਂ ਮਾੜਾ ਨਹੀਂ ਹੁੰਦਾ। ਜਿੱਦਾਂ ਹੁਣ ਬੁੱਧਵਾਰ ਦਿਨ ਹੋਵੇ, ਬੁੱਧਵਾਰ ਨੂੰ ਤੁਹਾਡਾ ਕੈਮਰਾ ਗੁੰਮ ਜਾਵੇ, ਲੱਖ ਰੁਪਏ ਦਾ ਕੈਮਰਾ ਕਿਤੇ ਭੁੱਲ ਗਏ ਤੇ ਗੁੰਮ ਗਿਆ। ਹੁਣ ਬੁੱਧਵਾਰ ਤੁਹਾਡੇ ਵਾਸਤੇ ਕੀ ਹੋਇਆ? ਮਾੜਾ ਹੋ ਗਿਆ। ਪਰ ਜਿਹਨੂੰ ਮਿਲ ਜੂਗਾ ਉਹਦੇ ਵਾਸਤੇ ਚੰਗਾ। ਕੋਈ ਡੈੱਡ ਬੋਡੀ ਆ ਜਾਂ ਮ੍ਰਿਤਕ ਸਰੀਰ ਆ, ਉਹਦੇ ਕੋਲ ਰਾਤ ਨੂੰ ਜੇ ਸ਼ਾਮ ਨੂੰ ਮੌਤ ਹੋ ਗਈ, ਉਹਦਾ ਸੰਸਕਾਰ ਨਹੀਂ ਕਰਦੇ ਸ਼ਾਮ ਨੂੰ ਇਸ ਕਰਕੇ ਸੰਸਕਾਰ ਨਹੀਂ ਕਰਦੇ ਵੀ ਜੇ ਸ਼ਾਮ ਨੂੰ ਸੰਸਕਾਰ ਕਰਿਆ, ਲੇਟ ਕਰਿਆ, ਤਾਂ ਫਿਰ ਜਿਹੜੇ ਰਿਸ਼ਤੇਦਾਰ ਨੇ ਉਹ ਜਾਣਗੇ ਕਿਵੇਂ? ਅੱਗੇ ਸਾਧਨ ਹੁੰਦੇ ਨਹੀਂ ਸੀ, ਇਸ ਕਰਕੇ ਦਿਨ 'ਚ ਕੀਤਾ ਜਾਂਦਾ ਸੀ। ਹੁਣ ਬਜ਼ੁਰਗ ਇੱਕ 90 ਸਾਲ ਦਾ ਹੋ ਕੇ ਮਰਿਆ, ਉਹਨੂੰ ਬਿਠਾ ਕੇ ਰੋਟੀ ਚਾਹ ਖਵਾਉਂਦੇ ਸੀ, ਪਾਣੀ ਪਿਲਾਉਂਦੇ ਸੀ। ਉਦੋਂ ਤਾਂ ਉਹ ਤਾਂ ਬੈਠਿਆ ਨਹੀਂ ਜਾਂਦਾ ਸੀ। ਹੁਣ ਮਰਨ ਤੋਂ ਬਾਅਦ ਉਹ ਉੱਠ ਕੇ ਚੱਲ ਪਊਗਾ। ਕਿੱਡੀ ਹਾਸੋਹੀਣੀ ਗੱਲ ਹੈ। ਪ੍ਰੇਤ ਵਹਿਮ ਦਾ ਪਾਉਂਦੇ ਹੁੰਦੇ ਆ ਵੀ ਜੇ ਭੂਤ ਆ ਗਿਆ ਜਾਂ ਕਿੱਥੇ ਕੋਈ ਵਸਦੀ ਆਤਮਾ, ਇਹ ਪਿੱਛੇ ਕਿੱਥੋਂ ਸ਼ੁਰੂ ਹੋਇਆ ਵੀ ਲੋਕ ਕਿਉਂ ਵਹਿਮ ਪਾਉਣ ਲੱਗੇ? ਇਹ ਸਾਡੇ ਬਜ਼ੁਰਗਾਂ ਨੇ ਇਹ ਡਰ ਕੱਢਣ ਵਾਸਤੇ ਵੀ ਮੌਤ ਦਾ ਡਰ ਬੰਦੇ ਨੂੰ ਨਾ ਰਹੇ, ਉਹਨਾਂ ਨੇ ਕਿਹਾ ਵੀ ਜਿਹੜੀ ਮੌਤ ਹੈ ਉਹ ਤਾਂ ਇਕੱਲੇ ਸਰੀਰ ਦੀ ਹੁੰਦੀ ਹੈ, ਜਿਹੜੀ ਆਤਮਾ ਹੈ ਉਹ ਤਾਂ ਨਿਕਲ ਕੇ ਚਲੀ ਜਾਂਦੀ। ਆਤਮਾ ਤਾਂ ਜਿਉਂਦੀ ਰਹਿੰਦੀ ਆ। ਉਹਨਾਂ ਤਾਂ ਜਿਵੇਂ ਆਪਾਂ ਕੱਪੜੇ ਬਦਲਦੇ ਹਾਂ, ਇਸ ਤਰ੍ਹਾਂ ਸਰੀਰ ਬਦਲਣਾ, ਦੂਜੇ ਸਰੀਰ 'ਚ ਚਲੀ ਜਾਊਗੀ। ਵੀ 84 ਲੱਖ ਜੂਨਾਂ ਨੇ 84 ਲੱਖ ਜੂਨਾਂ 'ਚ ਘੁੰਮਦਾ, ਇੱਕ ਆ ਗਿਆ ਵੀ ਜਿਹੜੀ ਉਹ ਆਤਮਾ ਉਹਦੀ ਉਹ ਭਟਕਦੀ ਰਹਿੰਦੀ ਆ, ਉਹ ਭੂਤ ਪ੍ਰੇਤ ਹੋ। ਇਹ ਇੱਕ ਮਾਨਸਿਕ ਰੋਗ ਹੈ। ਅੱਜ ਦੇ ਯੁੱਗ ਵਿੱਚ ਇਨਸਾਨ ਚੰਦਰਮਾ ਤੇ ਘਰ ਵਸਾਉਣ ਦੀ ਗੱਲ ਕਰਦਾ ਹੈ, ਪਰ ਉੱਥੇ ਹੀ ਜੇ ਗੱਲ ਕਰੀਏ ਆਪਣੇ ਆਸ-ਪਾਸ ਵਹਿਮਾਂ ਭਰਮਾਂ ਦੀ ਜੰਜੀਰਾਂ ਵਿੱਚ ਬੰਨ੍ਹ ਕੇ ਰਹਿ ਜਾਂਦਾ ਹੈ। ਸਾਡੇ ਆਸ-ਪਾਸ ਹੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਅਸੀਂ ਖੁਦ ਹੀ ਨਕਾਰਾਤਮਕ ਹੋ ਜਾਂਦੇ ਹਾਂ, ਕੁਝ ਗੱਲਾਂ ਨੂੰ ਲੈ ਕੇ ਵਹਿਮਾਂ ਭਰਮਾਂ 'ਚ ਪੈ ਜਾਂਦੇ ਹਾਂ। ਇਹਨਾਂ ਸਾਰੇ ਵਹਿਮਾਂ ਭਰਮਾਂ ਦੀ ਸੱਚਾਈ ਜਾਣਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਰਾਮ ਕੁਮਾਰ ਤਰਕਸ਼ੀਲ ਜੀ। ਆਓ ਗੱਲਬਾਤ ਕਰਦੇ ਹਾਂ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਤੁਹਾਡਾ ਸਵਾਗਤ। ਧੰਨਵਾਦ ਜੀ, ਤੁਹਾਡੇ ਔਨ 에ਅਰ ਚੈਨਲ ਦਾ ਤੇ ਤੁਹਾਡੇ ਚੈਨਲ ਦੇ ਦਰਸ਼ਕਾਂ ਦਾ ਵੀ ਧੰਨਵਾਦ। ਸਰ, ਅੱਜ ਆਪਾਂ ਗੱਲ ਕਰਨੀ ਆ ਵਹਿਮਾਂ ਭਰਮਾਂ 'ਤੇ। ਅਕਸਰ ਆਪਣੇ ਸਮਾਜ ਵਿੱਚ ਇਹ ਚੀਜ਼ਾਂ ਆਪਾਂ ਨੂੰ ਜਗੜ ਕੇ ਰੱਖ ਦਿੰਦੀਆਂ ਨੇ ਸਮਾਜ ਨੂੰ। ਸਭ ਤੋਂ ਪਹਿਲਾਂ ਗੱਲ ਕਰੀਏ ਕਿ ਇਹ ਵਹਿਮ ਜਿਹੜੇ ਪਾਏ ਜਾਂਦੇ ਆ, ਹੁੰਦੀ ਕੀ ਚੀਜ਼ ਆ? ਕਿੱਥੋਂ ਕੀ ਸ਼ੁਰੂਆਤ ਹੋਈ ਵਹਿਮ ਭਰਮਾਂ ਦੀ? ਹਾਂ, ਜਿਹੜੇ ਵਹਿਮ ਭਰਮ ਨੇ ਉਹਨਾਂ ਦਾ ਇਹ ਹੈ ਵੀ ਜਦੋਂ ਕੋਈ ਸ਼ੁਰੂ ਹੁੰਦਾ ਉਦੋਂ ਕੋਈ ਨਾ ਕੋਈ ਕਾਰਨ ਹੁੰਦਾ, ਪਰ ਉਹ ਜੇ ਸਾਨੂੰ ਕਾਰਨ ਦਾ ਲੱਭ ਲਈਏ ਤਾਂ ਪਤਾ ਲੱਗ ਜਾਂਦਾ, ਨਹੀਂ ਤਾਂ ਫਿਰ ਉਹ ਪੀੜ੍ਹੀ ਦਰ ਪੀੜ੍ਹੀ ਉਸੇ ਤਰ੍ਹਾਂ ਵਹਿਮ ਨੇ ਜਿਹੜੇ ਚੱਲਦੇ ਰਹਿੰਦੇ ਨੇ। ਜਦੋਂ ਕੋਈ ਗੱਲ ਸ਼ੁਰੂ ਹੁੰਦੀ ਹੈ, ਜਿੱਦਾਂ ਇਹ ਜਿੰਨੇ ਵਹਿਮ ਨੇ, ਛਿੱਕ ਵੱਜੀ ਮਾੜੀ ਹੁੰਦੀ ਹੈ, ਨੰਬਰਦਾਰ ਮੱਥੇ ਲੱਗਿਆ ਮਾੜਾ ਹੁੰਦਾ, ਬਿੱਲੀ ਰਸਤਾ ਕੱਟ ਜੇ ਮਾੜੀ ਹੁੰਦੀ ਹੈ, ਮੰਗਲਵਾਰ ਨੂੰ ਨਹਾਉਣਾ ਨਹੀਂ, ਇਸ ਦਿਨ ਲੋਹਾ ਨਹੀਂ ਖਰੀਦਣਾ, ਇਹ ਸਾਰੇ ਵਹਿਮ ਜਦੋਂ ਬਣੇ ਨੇ, ਇਹਨਾਂ ਦੀ ਕੋਈ ਨਾ ਕੋਈ ਉਸ ਸਮੇਂ ਲੋੜ ਸੀ ਜਾਂ ਠੀਕ ਸੀ। ਪਰ ਹੁਣ ਬਹੁਤ ਸਾਰੇ ਵਹਿਮ ਜਿਹੜੇ ਫਾਲਤੂ ਨੇ, ਸਾਡਾ ਸਮਾਂ ਅਤੇ ਪੈਸਾ ਖਰਾਬ ਕਰਦੇ ਨੇ। ਇਸ ਕਰਕੇ ਇਹ ਵਹਿਮਾਂ ਤੋਂ ਜਦੋਂ ਤੱਕ ਅਸੀਂ ਨਿਕਲਦੇ ਨਹੀਂ, ਸਾਡਾ ਸਮਾਜ ਹੈ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ। ਜਾਣੀ ਤੁਸੀਂ ਜਿੱਦਾਂ ਗੱਲ ਕਰੀ ਆ ਵੀ ਦੁਨੀਆ ਮੰਗਲ ਗ੍ਰਹਿ 'ਤੇ ਜਾ ਰਹੀ ਹੈ ਅਤੇ ਅਸੀਂ ਮੰਗਲਵਾਰ ਨੂੰ ਹਜੇ ਵੀ ਨਹੀਂ ਨਹਾਉਂਦੇ, ਅਤੇ ਇਹਨਾਂ ਤੋਂ ਸਾਨੂੰ ਨਿਕਲਣਾ ਪਊਗਾ ਵਹਿਮਾਂ ਤੋਂ। ਸਰ, ਗੱਲ ਕਰੀਏ ਕਿ ਜਿਵੇਂ ਕੋਈ ਕਹਿੰਦਾ ਛਿੱਕ ਮਾਰਤੀ, ਕੋਈ ਕੰਮ ਸ਼ੁਰੂ ਕਰਨਾ ਛਿੱਕ ਮਾਰਦੇ, ਕਹਿੰਦੇ ਹੁਣ ਨਹੀਂ ਕੰਮ ਬਣਨਾ ਹੈਗਾ, ਇਹਦੇ ਪਿੱਛੇ ਕੀ ਗੱਲ ਪਿੱਛੇ ਰਹੀ ਹੋਊਗੀ? ਹਾਂਜੀ, ਹੁਣ ਜਿੱਦਾਂ ਛਿੱਕ ਹੈ, ਛਿੱਕ ਵੱਜੀ ਮਾੜੀ ਹੁੰਦੀ ਹੈ, ਇਹਦੇ ਲਈ ਸਾਨੂੰ ਇਹ ਪਹਿਲਾਂ ਦੇਖਣਾ ਸਮਝਣਾ ਪਊਗਾ ਵੀ ਛਿੱਕ ਆਉਂਦੀ ਕਿਉਂ ਹੈ, ਅਤੇ ਛਿੱਕ ਆਉਂਦੀ ਕਿਉਂ ਹੈ।
ਜਦੋਂ ਅਸੀਂ ਸਾਹ ਲੈਂਦੇ ਹਾਂ ਨੱਕ ਰਾਹੀਂ, ਸਾਹ ਨਾਲੀ ਰਾਹੀਂ ਫੇਫੜਿਆਂ 'ਚ ਸਾਡੇ ਸਾਫ਼ ਹਵਾ ਆਕਸੀਜਨ ਜਾਂਦੀ ਆ। ਫਿਰ ਫੇਫੜਿਆਂ ਦੇ ਵਿੱਚੋਂ ਗੰਦੀ ਹਵਾ ਕਾਰਬਨ ਡਾਈਆਕਸਾਈਡ ਅਸੀਂ ਸਾਹ ਨਾਲੀ ਰਾਹੀਂ ਨੱਕ ਰਾਹੀਂ ਬਾਹਰ ਕੱਢਦੇ ਹਾਂ। ਜਦੋਂ ਹੁਣ ਕੋਈ ਰੋਸ਼ਨੀ ਦੀ ਤੇਜ਼ ਕਿਰਨ, ਕੋਈ ਧੂਆਂ, ਕੋਈ ਧੂੜ ਦਾ ਕਿਣਕਾ, ਕੋਈ ਦੁਰਗੰਧ, ਕੋਈ ਪਾਣੀ ਦਾ ਤੁਪਕਾ ਜਦੋਂ ਸਾਡੇ ਸਾਹ ਨੱਕ ਰਾਹੀਂ ਸਾਹ ਵਾਲੀ ਨਾਲੀ 'ਚ ਜਾਂਦਾ ਹੈ, ਜਿਹੜਾ ਅੰਦਰ ਜੇ ਫੇਫੜਿਆਂ 'ਚ ਚਲਿਆ ਜਾਵੇ ਤਾਂ ਅਸੀਂ ਬਿਮਾਰ ਹੋ ਸਕਦੇ ਹਾਂ, ਸਾਨੂੰ ਨੁਕਸਾਨ ਕਰੂ। ਤਾਂ ਆਟੋਮੈਟਿਕ ਸਾਡਾ ਸਰੀਰ ਹੈ ਜਿਹੜਾ ਮਸ਼ੀਨ ਦੀ ਤਰ੍ਹਾਂ, ਸਾਡਾ ਨਾਲ ਦੀ ਨਾਲ ਮੂੰਹ ਖੁੱਲ੍ਹ ਜੂਗਾ। ਮੂੰਹ ਖੁੱਲ੍ਹਣ ਤੋਂ ਬਾਅਦ ਫੇਫੜੇ ਨੇ ਜਿਹੜੇ ਉਹਨੂੰ ਹਵਾ ਭਰ ਲੈਂਦੇ ਆ। ਫਿਰ ਉਹ ਹਵਾ ਫੇਫੜੇ 160 ਕਿਲੋਮੀਟਰ ਦੀ ਸਪੀਡ ਦੇ ਨਾਲ ਪ੍ਰੈਸ਼ਰ ਦੇ ਨਾਲ ਮਾਰਦੇ ਨੇ, ਜਿਹਨੂੰ ਆਪਾਂ ਛਿੱਕ ਕਹਿੰਦੇ ਹਾਂ। ਤਾਂ ਛਿੱਕ ਆਉਂਦੀ ਹੈ, ਜਿਹੜੀ ਚੀਜ਼ ਸਾਡੇ ਅੰਦਰ ਜਾ ਰਹੀ ਹੁੰਦੀ ਆ ਉਹ ਬਾਹਰ ਨਿਕਲ ਜਾਂਦੀ ਆ। ਹੁਣ ਤੁਸੀਂ ਦੇਖੋ ਵੀ ਛਿੱਕ ਹੁਣ ਚੰਗੀ ਹੁੰਦੀ ਹੈ ਜਾਂ ਮਾੜੀ ਹੁੰਦੀ ਹੈ। ਜਿਸ ਤਰ੍ਹਾਂ ਹੁਣ ਸਰਦੀਆਂ ਦੇ ਵਿੱਚ ਠੰਡ ਲੱਗ ਜਾਂਦੀ ਹੈ, ਜ਼ੁਕਾਮ ਹੋ ਜਾਂਦਾ, ਜ਼ੁਕਾਮ 'ਚ ਛਿੱਕਾਂ ਆਉਂਦੀਆਂ ਨੇ। ਕਾਰਨ ਕੀ, ਜਿਹੜਾ ਜ਼ੁਕਾਮ ਦਾ ਪਾਣੀ ਹੈ, ਜਦੋਂ ਪਾਣੀ ਦਾ ਤੁਪਕਾ ਸਾਹ ਵਾਲੀ ਨਾਲੀ 'ਚ ਡਿੱਗਦਾ, ਜੇ ਸਾਡੇ ਅੰਦਰ ਚਲਿਆ ਜਾਵੇ ਸਾਨੂੰ ਨਮੂਨੀਆ ਹੋ ਜਾਏ, ਅਸੀਂ ਬਿਮਾਰ ਹੋ ਸਕਦੇ ਹਾਂ, ਮੌਤ ਵੀ ਹੋ ਸਕਦੀ ਹੈ। ਪਰ ਜਦੋਂ ਪਾਣੀ ਦਾ ਤੁਪਕਾ ਡਿੱਗਦਾ, ਫੇਫੜੇ ਛਿੱਕ ਮਾਰਦੇ ਨੇ, ਹਵਾ ਮਾਰਦੇ ਨੇ, ਛਿੱਕ ਆਉਂਦੀ ਆ, ਪਾਣੀ ਬਾਹਰ, ਅਤੇ ਸਾਡਾ ਤੀਸਰੇ ਦਿਨ ਜ਼ੁਕਾਮ ਆਪਣੇ ਆਪ ਠੀਕ ਹੋ ਜਾਂਦਾ। ਜ਼ੁਕਾਮ ਦੀ ਨਾ ਕੋਈ ਦਵਾਈ ਹੈ, ਨਾ ਦਵਾਈ ਲੈਣ ਦੀ ਲੋੜ ਹੈ। ਹਾਂ, ਇਹਦਾ ਇਸ ਤਰ੍ਹਾਂ ਹੈਗਾ ਵੀ ਕਿਸੇ ਸਮੇਂ ਸਾਡੇ ਇੱਥੇ ਅੰਗਰੇਜ਼ਾਂ ਨੇ ਰਾਜ ਕੀਤਾ। ਯੂਰਪ ਦੇ ਵਿੱਚ ਇੱਕ ਬਿਮਾਰੀ ਸੀ, ਜਿੱਦਾਂ ਹੁਣ ਕਰੋਨਾ ਦੇ ਵਿੱਚ ਵੀ ਪਹਿਲਾਂ ਖਾਂਸੀ ਆਉਂਦੀ ਸੀ, ਵੀ ਜੇ ਕੋਈ ਖੰਘਦਾ ਸੀ ਲੋਕ ਡਰ ਜਾਂਦੇ ਸੀ। ਉੱਥੇ ਛਿੱਕ ਆਉਂਦੀ ਸੀ, ਛਿੱਕ ਆਉਣ ਤੋਂ ਬਾਅਦ ਬੰਦੇ ਦੀ ਮੌਤ ਹੋ ਜਾਂਦੀ ਸੀ ਉਸ ਬਿਮਾਰੀ ਨਾਲ। ਉਹ ਤਾਂ ਗੱਲ ਹੋ ਸਕਦੀ ਹੈ ਵੀ ਉਦੋਂ ਛਿੱਕ ਵੱਜਣੀ ਮਾੜੀ ਸਮਝਿਆ ਜਾਂਦਾ ਸੀ, ਕਿਉਂਕਿ ਇਹ ਸੀ ਵੀ ਹੁਣ ਇਸ ਤੋਂ ਬਾਅਦ ਇਹ ਬੰਦੇ ਦੀ ਮੌਤ ਹੋਊਗੀ। ਪਰ ਹੁਣ ਜਿਹੜੀ ਛਿੱਕ ਵੱਜਣੀ ਆ ਉਹ ਚੰਗੀ ਹੁੰਦੀ ਹੈ, ਜਿਹੜੀ ਚੀਜ਼ ਅੰਦਰ ਜਾ ਰਹੀ ਹੁੰਦੀ ਹੈ ਉਹ ਬਾਹਰ ਨਿਕਲ ਜਾਂਦੀ ਹੈ। ਇਹ ਜਾਂ ਇਹਦਾ ਹੁਣ ਕਈ ਫਾਇਦਾ ਉਠਾਉਂਦੇ ਹਾਂ, ਜਿਵੇਂ ਸਾਡਾ ਪੰਜਾਬੀ ਕਲਚਰ ਹੈ ਵੀ ਮਹਿਮਾਨ ਆਇਆ, ਮਹਿਮਾਨ ਨਵਾਜੀ ਸਾਡੇ ਪੰਜਾਬ ਦੀ ਪੂਰੀ ਦੁਨੀਆ 'ਚ ਮਸ਼ਹੂਰ ਹੈ। ਵੀ ਜੋ ਕੋਈ ਚੱਲਣ ਲੱਗਿਆ ਅਸੀਂ ਛਿੱਕ ਮਾਰ ਦਿੰਦੇ ਹਾਂ, ਵੀ ਛਿੱਕ ਵੱਜੀ ਮਾੜੀ ਹੁੰਦੀ ਆ, ਹੋਰ ਅੱਧਾ ਘੰਟਾ ਬਹਿ ਜਾ, 10-15 ਮਿੰਟ ਬਹਿ ਜਾ। ਉਹਨੂੰ ਮਹਿਮਾਨ ਨੂੰ ਹੋਰ ਦੇਰ ਬਿਠਾਉਣ ਲਈ ਉਹਦਾ ਫਾਇਦਾ ਅਸੀਂ ਉਠਾ ਲੈਂਦੇ ਹਾਂ, ਪਰ ਹੈ ਇਹ ਵਹਿਮ ਹੈ। ਨਜ਼ਰ ਲੱਗਣ ਦੇ ਪਿੱਛੇ ਕੀ ਰਾਜ਼ ਹੁੰਦਾ ਹੈ? ਕਿਹਾ ਜਾਂਦਾ ਕਿ ਤੈਨੂੰ ਨਜ਼ਰ ਲੱਗ ਗਈ ਆ, ਫਿਰ ਬਾਬਿਆਂ ਕੋਲ ਜਾਂਦੇ, ਨਜ਼ਰ ਤਾਰਨ ਵਾਸਤੇ ਵੀ ਜਾਂਦੇ ਨੇ, ਮਿਰਚੀਆਂ ਵਾਰ ਦਿੰਦੇ ਨੇ, ਕਹਿੰਦੇ ਮਿਰਚੀ ਨੂੰ ਵਾਰ ਕੇ ਉਹਨੂੰ ਅੱਗ ਲਾ ਦਿਓ, ਨਜ਼ਰ ਉਤਰ ਜਾਂਦੀ ਹੈ। ਇਹਦੇ ਪਿੱਛੇ ਕੀ ਵਹਿਮ ਪੈ ਗਿਆ ਵਿੱਚ ਲੋਕਾਂ ਨੂੰ? ਹਾਂ, ਇਹ ਆਮ ਸਾਡੇ ਸਮਾਜ ਦੇ ਵਿੱਚ ਵਹਿਮ ਹੈ। ਜੇ ਕੋਈ ਛੋਟਾ ਬੱਚਾ ਉਹ ਰੋਂਦਾ, ਉਹਦਾ ਇਹ ਨਹੀਂ ਦੇਖਣਾ ਵੀ ਇਹਦਾ ਕੋਈ ਕੰਨ ਦੁਖਦਾ ਹੋ ਸਕਦਾ, ਪੇਟ ਦੁਖਦਾ ਹੋ ਸਕਦਾ, ਕੋਈ ਹੋਰ ਬਿਮਾਰੀ ਹੋ ਸਕਦੀ ਆ। ਉਹ ਨਾਲ ਦੀ ਨਾਲ ਉਹੀ ਵਹਿਮ ਵੱਲ ਧਿਆਨ, ਵੀ ਇਹਨੂੰ ਤਾਂ ਕਿਸੇ ਦੀ ਨਜ਼ਰ ਲੱਗ ਗਈ। ਉਹ ਫਿਰ ਜਾਂ ਗਾਂ ਮੱਝ ਹੈ ਉਹ ਬਿਮਾਰ ਹੋ ਜੇ ਤਾਂ ਉਹਦਾ ਤਾਂ ਵੀ ਇਹਨੂੰ ਕਿਸੇ ਦੀ ਨਜ਼ਰ ਲੱਗ ਗਈ, ਇਹ ਤਾਂ ਟੋਕ ਲੱਗ ਗਈ। ਅਤੇ ਉਹ ਫਿਰ ਮਿਰਚਾਂ ਲੈ ਕੇ ਬੱਚੇ ਦੇ ਜਿਵੇਂ ਸਿਰ ਉੱਤੋਂ ਦੀ ਘੁਮਾ ਕੇ ਉਹਨੂੰ ਅੱਗ ਦੇ ਵਿੱਚ, ਚੁੱਲ੍ਹੇ 'ਚ, ਪਿੰਡਾਂ 'ਚ ਪਹਿਲਾਂ ਚੁੱਲ੍ਹੇ ਹੁੰਦੇ ਸੀ, ਅੱਗ ਬਾਲਦੇ ਸੀ, ਚੁੱਲ੍ਹੇ 'ਚ ਸੁੱਟ ਦਿੰਦੇ ਸੀ। ਫਿਰ ਦੇਖਦੇ ਵੀ ਦੇਖਿਆ ਧਾਂਸ ਆਈ ਹੈ ਜਾਂ ਧਾਂਸ ਨਹੀਂ ਆਈ। ਮਤਲਬ ਇਹ ਸੀ ਵੀ ਜੇ ਤਾਂ ਹੁਣ ਅੱਗ ਬਲ ਰਹੀ ਆ, ਬਲਦੀ ਅੱਗ ਦੇ ਵਿੱਚ ਚੁੱਲ੍ਹੇ 'ਚ ਮਿਰਚਾਂ ਸੁੱਟਤੀਆਂ, ਉਹਨਾਂ ਨੇ 5-7 ਸੈਕਿੰਡ 'ਚ ਮੱਚ ਜਾਣਾ, ਧਾਂਸ ਨਹੀਂ ਆਊਗੀ। ਜੇ ਆ ਰੋਟੀਆਂ ਪਕਾ ਕੇ ਹਟ ਗਏ, ਅੱਗ ਧੁਖ ਰਹੀ ਆ, ਉਹਦੇ ਵਿੱਚ ਮਿਰਚਾਂ ਸੁੱਟਤੀਆਂ, ਉਹ ਫਿਰ ਕਾਫੀ ਦੇਰ ਧਾਂਸ ਹੈ ਜਿਹੜੀ ਉਹਦੀ ਸਮੈਲ ਆਉਂਦੀ ਰਹਿੰਦੀ ਆ। ਕਾਰਨ ਤਾਂ ਉਹਦਾ ਇਹ ਸੀ, ਪਰ ਹੁੰਦਾ ਇਹ ਆ ਵੀ ਇਹ ਨਜ਼ਰ ਉਤਾਰਤੀ। ਹੁਣ ਇਹ ਬੱਚਾ ਰੋ ਰਿਹਾ, ਰੋਂਦਾ ਰੋਂਦਾ ਥੱਕ ਜਾਂਦਾ, ਇੰਨੇ ਨਜ਼ਰ ਉਤਾਰਦੇ ਇੱਦਾਂ ਦਾ ਕਰਦੇ ਆ, ਫਿਰ ਉਹ ਚੁੱਪ ਕਰ ਜਾਂਦਾ। ਵੈਸੇ ਅੱਖਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਹੀਂ ਨਿਕਲਦੀ। ਜਿਹੜੀ ਚੀਜ਼ ਸਾਡੇ ਸਾਹਮਣੇ ਪਈ ਹੁੰਦੀ ਆ ਉਹਦੀ ਫੋਟੋ ਸਾਡੀ ਅੱਖ ਦੇ ਵਿੱਚ, ਰੈਟੀਨਾ ਦੇ ਵਿੱਚ ਪਹਿਲਾਂ ਫੋਟੋ ਬਣਦੀ ਆ, ਅਤੇ ਅੱਖਾਂ ਦੇ ਵਿੱਚੋਂ ਜਾਣੀ ਅੱਖਾਂ ਦੇ ਅੰਦਰ ਕੋਈ ਚੀਜ਼ ਜਾਂਦੀ ਆ, ਨਿਕਲਦੀ ਨਹੀਂ ਹੈ। ਇਸ ਕਰਕੇ ਨਜ਼ਰ ਨਹੀਂ ਲੱਗਦੀ। ਜੇ ਨਜ਼ਰ ਲੱਗਦੀ ਹੋਵੇ ਤਾਂ ਨਜ਼ਰ ਲਾਉਣ ਵਾਲੇ ਇੰਨੇ ਸਾਡੇ ਪਿੰਡ ਦੇ ਵਿੱਚ ਬੈਠੇ ਆ, ਕਿੰਨੇ ਹਜ਼ਾਰਾਂ ਹੀ ਲੋਕ ਨੇ ਜਿਨ੍ਹਾਂ ਦੀ ਵੱਧ ਨਜ਼ਰ ਲੱਗਦੀ ਆ। ਜਿਵੇਂ ਲੋਕ ਕਹਿੰਦੇ ਨੇ ਨਜ਼ਰ ਤਾਂ ਪਹਾੜਾਂ ਨੂੰ ਪਾੜ ਦਿੰਦੀ ਆ, ਫਿਰ ਉਹ ਨਜ਼ਰ ਲਾਉਣ ਵਾਲਿਆਂ ਨੂੰ ਫੌਜ ਦੇ ਵਿੱਚ ਭਰਤੀ ਕਰ ਦੇਣਾ ਚਾਹੀਦਾ। ਉਹ ਕਰਨਲ ਜਰਨਲ ਹੋਣੇ ਚਾਹੀਦੇ ਨੇ। ਇੰਨਾ ਅਸਲਾ, ਇੱਕ 1300 ਕਰੋੜ ਰੁਪਏ ਦਾ ਰਫੇਲ ਜਹਾਜ਼ ਖਰੀਦਣ ਦੀ ਸਾਨੂੰ ਕੀ ਲੋੜ ਆ? ਥੋੜ੍ਹੇ ਜਿਹੇ ਪੈਸਿਆਂ 'ਚ ਨਜ਼ਰ ਲਾਉਣ ਵਾਲਾ 5-10 ਹਜ਼ਾਰ ਰੁਪਏ ਮਹੀਨੇ 'ਚ ਸਰਕਾਰ ਨੂੰ ਮਿਲ ਸਕਦਾ, ਅਤੇ ਉਹ ਨਜ਼ਰ ਲਾ ਕੇ ਸਾਰੀ ਦੁਨੀਆ ਦੇ ਹਥਿਆਰਾਂ ਨੂੰ ਖਰਾਬ ਕਰ ਸਕਦਾ। ਅਤੇ ਅਸੀਂ ਤਾਂ ਵਿਸ਼ਵ ਗੁਰੂ ਇੱਕ ਦਿਨ 'ਚ ਹੀ ਬਣ ਜਾਈਏ। ਨਾਲ ਹੀ ਗੱਲ ਕਰੀਏ ਕਿ ਕਈ ਵਾਰੀ ਕਹਿੰਦੇ ਆ ਕਿ ਸ਼ਨੀਵਾਰ ਨੂੰ ਕੰਮ ਨਹੀਂ ਕਰਨਾ, ਕੰਮ ਕੋਈ ਨਵਾਂ ਸ਼ੁਰੂ ਕਰਨਾ ਬੁੱਧਵਾਰ ਨੂੰ ਕਰਨਾ, ਇਹ ਬੜਾ ਵਹਿਮ ਪਾਇਆ ਜਾਂਦਾ ਆਮ ਲੋਕਾਂ 'ਚ। ਕੀ ਗੱਲ ਇਹਦੇ ਪਿੱਛੇ ਰਾਜ? ਹਾਂ, ਇਹ ਸਾਰੇ ਦਿਨਾਂ ਨੂੰ ਕੋਈ ਦਿਨ ਚੰਗਾ, ਕੋਈ ਮਾੜਾ। ਜਿਵੇਂ ਸ਼ਨੀਵਾਰ ਹੈ ਇਹ ਮਾੜਾ ਦਿਨ ਹੈ, ਬੁੱਧਵਾਰ ਹੈ ਚੰਗਾ। ਅਸਲ 'ਚ ਤਾਂ ਮੇਰਾ ਖਿਆਲ ਹੈ ਵੀ ਇਹ ਗੱਲ ਇਹ ਹੋ ਸਕਦੀ, ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਆ, ਜਦੋਂ ਚੱਕਰ ਕੱਟਦਾ ਉਹਨੂੰ ਸਭ ਤੋਂ ਘੱਟ ਸਮਾਂ ਲੱਗਦਾ। ਸ਼ਨੀ ਗ੍ਰਹਿ ਬਾਕੀ 6 ਗ੍ਰਹਿ ਨਾਲੋਂ ਦੂਰ ਹੈ,
ਉਹ ਦੂਰ ਹੋਣ ਕਰਕੇ ਉਹਨੂੰ ਸੂਰਜ ਦੇ ਆਲੇ ਦੁਆਲੇ ਚੱਕਰ ਲਾਉਣ ਨੂੰ ਜ਼ਿਆਦਾ ਟਾਈਮ ਲੱਗਦਾ, ਜਿਹਨੂੰ ਮਾੜਾ ਕਿਹਾ ਜਾਂਦਾ। ਪਰ ਦਿਨ ਹੈ ਜਿਹੜਾ ਕੋਈ ਚੰਗਾ ਜਾਂ ਮਾੜਾ ਨਹੀਂ ਹੁੰਦਾ। ਜਿੱਦਾਂ ਹੁਣ ਬੁੱਧਵਾਰ ਦਿਨ ਹੋਵੇ, ਬੁੱਧਵਾਰ ਨੂੰ ਤੁਹਾਡਾ ਕੈਮਰਾ ਗੁੰਮ ਜਾਵੇ, ਲੱਖ ਰੁਪਏ ਦਾ ਕੈਮਰਾ ਕਿਤੇ ਭੁੱਲ ਗਏ ਤੇ ਗੁੰਮ ਗਿਆ। ਹੁਣ ਬੁੱਧਵਾਰ ਤੁਹਾਡੇ ਵਾਸਤੇ ਕੀ ਹੋਇਆ? ਮਾੜਾ ਹੋ ਗਿਆ। ਪਰ ਜਿਹਨੂੰ ਮਿਲ ਜੂਗਾ ਉਹਦੇ ਵਾਸਤੇ ਚੰਗਾ। ਸੋ ਜਿਹੜੀਆਂ ਘਟਨਾਵਾਂ ਨੇ ਉਹ ਹੁੰਦੀਆਂ ਨੇ ਚੰਗੀਆਂ ਮਾੜੀਆਂ। ਦਿਨ ਕੋਈ ਵੀ ਚੰਗਾ ਮਾੜਾ ਨਹੀਂ ਹੁੰਦਾ। ਸ਼ਨੀਚਰਵਾਰ ਨੂੰ ਕਹਿੰਦੇ ਲੋਹਾ ਨਹੀਂ ਖਰੀਦਣਾ। ਮੈਂ ਕਾਰ ਖਰੀਦੀ ਸੀ ਮਾਰੂਤੀ 800, ਸ਼ਨੀਚਰਵਾਰ ਨੂੰ ਹੀ ਖਰੀਦੀ ਤੇ ਉਹ 10 ਸਾਲ ਚਲਾਈ। ਤੇ ਕਿਉਂਕਿ ਮੈਂ ਡਰਾਈਵਿੰਗ ਬਹੁਤ ਧਿਆਨ ਨਾਲ ਚਲਾਉਣਾ, ਓਵਰ ਸਪੀਡ ਨਹੀਂ ਚਲਾਉਂਦਾ ਤੇ ਬੜੀ ਪੂਰੀ ਸੰਭਾਲ ਰੱਖਦਾ। 10 ਸਾਲ ਮੈਨੂੰ ਜਿਹੜਾ ਵੀ ਮਿਲਦਾ ਸੀ ਹਰ ਬੰਦਾ ਕਹਿੰਦਾ ਸੀ ਵੀ ਜਦੋਂ ਗੱਡੀ ਵੇਚੋਗੇ ਸਾਨੂੰ ਦੇ ਦਿਓ, ਅਸੀਂ ਖਰੀਦਾਂਗੇ। ਪਰ ਉਹ ਸ਼ਨੀਵਾਰ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਸ਼ਨੀਵਾਰ ਨੂੰ ਖਰੀਦੀ। ਕਹਿੰਦੇ ਧੀ ਦੇ ਘਰ ਦਾ ਕੁਝ ਖਾਣਾ ਨਹੀਂ ਹੁੰਦਾ, ਇਹ ਬੜਾ ਵਹਿਮ ਹੁੰਦਾ ਵੀ ਆਪਾਂ ਧੀ ਦੇ ਘਰ ਕੁਝ ਨਹੀਂ ਖਾਣਾ ਹੈਗਾ। ਹਾਂਜੀ, ਹੁਣ ਜਿਹੜਾ ਸਾਡਾ ਜਿਹੜੀ ਪੁਰਾਣਾ ਪੰਜਾਬੀ ਸੱਭਿਆਚਾਰ ਹੈ, ਸੱਸ ਨੂੰਹ ਦੀ ਲੜਾਈ ਹੈ ਨਾ, ਕਿਉਂਕਿ ਜਿਹੜੀ ਕੁੜੀ ਹੈ ਜਿਹੜੀਆਂ ਸਾਧਰਾਂ ਰੀਝਾਂ ਚਾਅ ਲੈ ਕੇ ਉਹ ਸਹੁਰੇ ਘਰ ਜਾਂਦੀ ਹੈ, ਉੱਥੇ ਇੱਕ ਤਾਂ ਉਹਨੂੰ ਕੰਮ ਡਬਲ ਕਰਨਾ ਪੈਂਦਾ, ਦੁੱਗਣਾ ਕਰਨਾ। ਇੱਕ ਜਿਹੜਾ ਰਿਸਪੈਕਟ ਆ, ਉਹਦਾ ਮਾਣ ਸਤਿਕਾਰ, ਉਹ ਓਨਾ ਨਹੀਂ ਹੁੰਦਾ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ। ਹੁਣ ਕੀ ਹੈ ਵੀ ਜੇ ਉਹਦਾ ਬਾਪ ਜਾਂ ਭਰਾ ਕੁੜੀ ਨੂੰ ਮਿਲਣ ਜਾਊਗਾ ਤੇ ਵਹਿਮ ਹੈ ਵੀ ਉਹਦੇ ਘਰ ਦਾ ਕੁਝ ਵੀ ਖਾਣਾ ਪੀਣਾ ਨਹੀਂ, ਪਾਣੀ ਤੱਕ ਨਹੀਂ, ਚਾਹ ਤੱਕ ਨਹੀਂ ਪੀਣੀ ਹੈਗੀ। ਹੁਣ ਜੇ ਉਹ ਕੁਝ ਖਾਊ ਪੀਊ ਨਹੀਂ ਤਾਂ ਵੱਧ ਤੋਂ ਵੱਧ ਘੰਟਾ ਬੈਠ ਜੂ ਉੱਥੇ, ਉਹ ਵਾਪਸ ਆ ਜਾਊਗਾ, ਮਿਲਿਆ ਸਾਰਿਆਂ ਨਾਲ ਵਾਪਸ ਆ ਜੂ। ਜੇ ਹੁਣ ਖਾਊਗਾ ਤੇ ਫਿਰ ਰਾਤ ਵੀ ਰਹਿ ਜੂਗਾ। ਜੇ ਰਾਤ ਰਹੂਗਾ ਤਾਂ ਫਿਰ ਉਹ ਕੁੜੀ ਹੈ ਜਿਹੜੀ ਉਹ ਸੱਸ ਦੀਆਂ ਸਹੁਰੇ ਦੀਆਂ ਆਪਣੀਆਂ ਦੁੱਖ ਤਕਲੀਫਾਂ ਦੱਸੂਗੀ। ਸਾਡੇ ਇੱਕ ਜਾਣਕਾਰ ਸੀ, ਉਹ ਮਿਲਣ ਚਲੇ ਗਏ ਪਰ ਉਹ ਵਹਿਮ ਨਹੀਂ ਕਰਦੇ ਸੀ। ਉਹ ਰਾਤ ਰਹਿ ਗਏ, ਰੋਟੀ ਖਾਧੀ, ਰਾਤ ਰਹਿ ਗਏ। ਰਾਤ ਨੂੰ ਫਿਰ ਕੁੜੀ ਨੇ ਦੱਸਿਆ ਵੀ ਸੱਸ ਨੇ ਤਾਂ ਮੈਨੂੰ ਸੂਲੀ ਤੇ ਟੰਗ ਰੱਖਿਆ, ਇੰਨਾ ਉਹ ਕਰਦੀ ਆ। ਉਹਨਾਂ ਨੂੰ ਇੰਨਾ ਗੁੱਸਾ ਆਇਆ ਤੇ ਉਹਨਾਂ ਨੇ ਜਦੋਂ ਸੱਸ ਅੰਦਰ ਆਈ ਸੋਟੀ ਚੱਕ ਕੇ ਉਹਦੇ 2-3 ਸੋਟੀਆਂ ਮਾਰੀਆਂ ਤੇ ਉਹਨਾਂ ਦਾ ਤਲਾਕ ਹੋ ਗਿਆ ਬਾਅਦ ਦੇ ਵਿੱਚ। ਜਾਣੀ ਇਹਦਾ ਕਾਰਨ ਇਹ ਹੈ ਵੀ ਇਹ ਨਹੀਂ ਵੀ ਜੇ ਚੰਗਿਆ, ਜਿੱਦਾਂ ਸਾਡਾ ਬੇਟਾ ਵਿਆਹ ਹੈ ਤੇ ਉਹ ਇਨਲਾਜ ਨੇ ਜਿਹੜੇ ਮੇਰੇ ਕੁੜਮਣੀ ਸਾਡੇ ਹਫਤਾ ਰਹਿ ਕੇ ਜਾਂਦੇ ਆ। ਵਿਆਹ ਤੋਂ ਪਹਿਲਾਂ ਹੀ ਆ ਜਾਂਦੇ ਸੀ, ਹਫਤਾ ਰਹਿ ਜਾਂਦੇ ਤੇ ਕੋਈ ਸਾਨੂੰ ਪ੍ਰੋਬਲਮ ਨਹੀਂ ਹੈਗੀ। ਕੋਈ ਮੰਗਲਵਾਰ ਕਹਿੰਦੇ ਵਾਲ ਨਹੀਂ ਕਟਾਉਂਦੇ ਹੈਗੇ, ਇਹਦੇ ਪਿੱਛੇ ਕੀ ਰਿਹਾ ਕਹਿੰਦੇ? ਹਾਂਜੀ, ਹੁਣ ਮੰਗਲਵਾਰ ਨੂੰ ਵਾਲ ਨਹੀਂ ਕੱਟਣੇ। ਜਿਹੜੇ ਵਾਲ ਕੱਟਣ ਵਾਲੇ ਸੈਲੂਨ ਜਾਂ ਹੇਅਰ ਡਰੈਸਰ ਜਾਂ ਨਾਈਆਂ ਦੀਆਂ ਦੁਕਾਨਾਂ ਨੇ ਉਹ ਮੰਗਲਵਾਰ ਨੂੰ ਬੰਦ ਹੁੰਦੀਆਂ ਨੇ। ਉਹਦਾ ਕਾਰਨ ਇਹ ਹੈ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਐਤਵਾਰ ਦੀ ਛੁੱਟੀ ਹੈ, ਜਿਹੜੇ ਦੁਕਾਨਦਾਰ ਨੇ ਉਹ ਐਤਵਾਰ ਨੂੰ ਦੁਕਾਨਾਂ ਬੰਦ ਕਰਦੇ ਨੇ। ਹੁਣ ਇਹ ਹੈ ਵੀ ਜੇ ਉਹ ਐਤਵਾਰ ਨੂੰ ਦੁਕਾਨ ਬੰਦ ਕਰੂਗਾ ਤਾਂ ਉਹਦਾ ਜਿਹੜਾ ਕੰਮ ਹੈ, ਉਹਦੇ ਜਿਹੜੇ ਗਾਹਕ ਨੇ ਉਹ ਘੱਟ ਆਉਣਗੇ। ਇਸ ਕਰਕੇ ਉਹ ਮੰਗਲਵਾਰ ਨੂੰ ਬੰਦ ਕਰ ਦਿੰਦਾ ਹੈ। ਮੰਗਲਵਾਰ ਨੂੰ ਮੁਲਾਜ਼ਮਾਂ ਨੂੰ ਵੀ ਡਿਊਟੀ 'ਤੇ ਹੁੰਦੇ ਨੇ, ਦੁਕਾਨ ਵਾਲੇ ਨੇ। ਐਤਵਾਰ ਨੂੰ ਹੀ ਤਾਂ ਸਭ ਤੋਂ ਵੱਧ ਉਹਦੇ ਕੋਲ ਗਾਹਕ ਆਉਂਦੇ ਆ। ਉਹ ਐਤਵਾਰ ਦੀ ਬਜਾਏ ਮੰਗਲਵਾਰ ਨੂੰ ਛੁੱਟੀ ਕਰ ਲੈਣ। ਪਰ ਇਹ ਨਹੀਂ ਵੀ ਮੰਗਲਵਾਰ ਨੂੰ ਵਾਲ ਕਟਾਉਣੇ ਜਾਂ ਚੰਗੇ ਹੁੰਦੇ ਮਾੜੇ ਹੁੰਦੇ ਆ ਜਾਂ ਦੁਕਾਨ ਖੋਲ੍ਹਣੀ ਮਾੜੀ। ਹਜੇ ਵੀ ਬਹੁਤ ਸਾਰੇ ਉਹ ਨੇ, ਸਾਡੇ ਵੀ ਇੱਥੇ ਬਾਜ਼ਾਰ 'ਚ ਹੈਗਾ। ਮੈਂ ਉਹਨੂੰ ਕਿਹਾ ਤੂੰ ਮੰਗਲਵਾਰ ਨੂੰ ਆ ਜਾ ਕਰ, ਕਹਿੰਦਾ ਹਾਂਜੀ ਆਉਣਾ ਹੁੰਦਾ, ਮੈਂ ਸਵੇਰੇ ਘੰਟਾ 2 ਘੰਟੇ ਲਾ ਜਾਂਦਾ। ਅਤੇ ਕਈ ਖੋਲ੍ਹ ਲੈਂਦੇ ਨੇ ਅਤੇ ਹੁਣ ਜਿਹੜਾ ਵਹਿਮ ਘਟਦੇ ਜਾਂਦੇ ਨੇ। ਜਦੋਂ ਤੋਂ ਤਰਕਸ਼ੀਲ ਸੁਸਾਇਟੀ ਬਣੀ ਹੈ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਜੇ 2 ਦਿਨ ਪਹਿਲਾਂ ਦੁਕਾਨ ਬੰਦ ਰਹੀ, ਉਹਨੂੰ ਕੋਈ ਕੰਮ ਹੈ ਸੈਲੂਨ ਵਾਲੇ ਨੂੰ, ਹੇਅਰ ਡਰੈਸਰ ਨੂੰ, ਉਹ ਫਿਰ ਮੰਗਲਵਾਰ ਨੂੰ ਖੋਲ੍ਹ ਲੈਂਦਾ ਵੀ ਚਲੋ ਥੋੜ੍ਹੇ ਬਹੁਤੇ ਪੈਸੇ ਅੱਜ ਬਣ ਜਾਣਗੇ। ਗੱਲ ਕੀ ਜਾਂਦੀ, ਖੁਸ਼ੀ ਦਾ ਕੰਮ ਜਾਂ ਕੋਈ ਦੁਖੀ ਦਾ ਕੰਮ ਹੋਵੇ ਤੇ ਦੁਪਹਿਰ ਤੋਂ ਪਹਿਲਾਂ ਕਰ ਲੈਣਾ ਚਾਹੀਦਾ। ਇਹਦੇ ਪਿੱਛੇ ਕੀ ਰਾਜ ਵੀ ਦੁਪਹਿਰ ਤੋਂ ਬਾਅਦ ਕੰਮ ਨਹੀਂ ਹੁੰਦੇ ਹੈਗੇ? ਨਹੀਂ, ਉਹ ਭੋਗ ਹੁੰਦਾ। ਹਾਂ, ਜਿੱਦਾਂ ਭੋਗ ਜੇ ਖੁਸ਼ੀ ਦਾ ਆਪਾਂ ਅਖੰਡ ਪਾਠ ਜਿੱਦਾਂ ਪਿੰਡ ਅੱਜ ਜ਼ਿਆਦਾ ਉਹ ਕਰਾਉਂਦੇ ਆ, ਜੇ ਤਾਂ ਕੋਈ ਨਵਾਂ ਮਕਾਨ ਬਣਾਇਆ ਜਾਂ ਕੋਈ ਹੋਰ ਖੁਸ਼ੀ ਦਾ, ਉਹ ਦੁਪਹਿਰ ਤੋਂ ਪਹਿਲਾਂ ਹੋ ਜਾਂਦਾ। ਜੇ ਕੋਈ ਮੌਤ ਦਾ ਭੋਗ ਪਾਉਣਾ ਉਹ ਫਿਰ ਦੁਪਹਿਰ ਤੋਂ ਬਾਅਦ ਹੁੰਦਾ। ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਤਾਂ ਬੰਦਾ ਦੇ ਘਰ 'ਚ ਕੋਈ ਖੁਸ਼ੀ ਹੁੰਦੀ ਆ, ਸਾਡੇ ਘਰ 'ਚ ਉਦੋਂ ਮਹਿਮਾਨ ਆਉਂਦੇ ਨੇ, ਉਹਨਾਂ ਨੂੰ ਅਸੀਂ ਰਾਤ ਰੱਖਦੇ ਹਾਂ, ਉਹਨਾਂ ਦੀ ਸੇਵਾ ਕਰਦੇ ਹਾਂ, ਭੱਜ ਦੌੜ ਕਰਦੇ ਹਾਂ। ਅਤੇ ਇਸ ਕਰਕੇ ਉਹ ਪਹਿਲਾਂ ਆ ਸਕਦੇ ਨੇ, ਜਾਣੀ ਉਹ ਰਹਿ ਸਕਦੇ ਨੇ। ਜਦੋਂ ਮੌਤ ਦਾ ਉਹ ਹੁੰਦਾ ਉਦੋਂ ਇਹ ਵੀ ਰਾਤ ਤਾਂ ਰੁਕਣਾ ਨਹੀਂ ਹੈਗਾ। ਦੂਰ ਤੋਂ ਰਿਸ਼ਤੇਦਾਰ ਆਊਗਾ, ਲੇਟ ਹੋ ਜਾਊਗਾ, ਉਹ ਫਿਰ 1 ਤੋਂ 2 ਰੱਖਿਆ ਜਾਂਦਾ। ਜਿਹੜਾ ਖੁਸ਼ੀ ਦਾ ਉਹ ਸਵੇਰੇ 10 ਵਜੇ ਹੁੰਦਾ, ਮਹਿਮਾਨ 1 ਦਿਨ ਪਹਿਲਾਂ ਆ ਜਾਂਦੇ। ਕਹਿੰਦੇ ਜਿਹੜਾ ਮਿੱਤਰਿਕ ਸਰੀਰ ਹੁੰਦਾ ਜਾਣੀ ਕਿ ਮਰਨ ਤੋਂ ਬਾਅਦ, ਉਹਦੇ ਕੋਲ ਰਾਤ ਨੂੰ ਇੱਕ ਬੰਦਾ ਨੇੜੇ ਹੋਣਾ ਚਾਹੀਦਾ, ਜਾਗਦਾ ਰਹਿਣਾ ਚਾਹੀਦਾ। ਇਹਦੇ ਪਿੱਛੇ ਕੀ ਰਹਿ ਗਿਆ ਵੀ ਬੰਦਾ ਤਾਂ ਪੂਰਾ ਹੋ ਹੀ ਗਿਆ? ਹਾਂਜੀ ਹਾਂਜੀ, ਇਹ ਵੱਡਾ ਵਹਿਮ ਹੈ ਵੀ ਜਦੋਂ ਕੋਈ ਡੈੱਡ ਬੋਡੀ ਆ ਜਾਂ ਮ੍ਰਿਤਕ ਸਰੀਰ ਆ, ਉਹਦੇ ਕੋਲ ਰਾਤ ਨੂੰ ਸਾਜੇ ਸ਼ਾਮ ਨੂੰ
ਮੌਤ ਹੋ ਗਈ, ਉਹਦਾ ਸੰਸਕਾਰ ਨਹੀਂ ਕਰਦੇ ਸ਼ਾਮ ਨੂੰ ਇਸ ਕਰਕੇ ਸੰਸਕਾਰ ਨਹੀਂ ਕਰਦੇ ਵੀ ਜੇ ਸ਼ਾਮ ਨੂੰ ਸੰਸਕਾਰ ਕਰਿਆ, ਲੇਟ ਕਰਿਆ, ਤਾਂ ਫਿਰ ਜਿਹੜੇ ਰਿਸ਼ਤੇਦਾਰ ਨੇ ਉਹ ਜਾਣਗੇ ਕਿਵੇਂ, ਅੱਗੇ ਸਾਧਨ ਹੁੰਦੇ ਨਹੀਂ ਸੀ, ਇਸ ਕਰਕੇ ਦਿਨ 'ਚ ਕੀਤਾ ਜਾਂਦਾ ਸੀ। ਜੇ ਸ਼ਾਮ ਨੂੰ ਡੈਥ ਹੋ ਗਈ ਜਾਂ ਰਾਤ ਨੂੰ ਡੈਥ ਹੋ ਗਈ, ਫਿਰ ਆਂਢੀ ਗੁਆਂਢੀ ਘਰ ਦੇ ਮੈਂਬਰ ਰਾਤ ਨੂੰ ਬੈਠ ਕੇ ਸਾਰੀ ਰਾਤ ਜਾਗਦੇ ਰਹਿੰਦੇ ਆ। ਹੁਣ ਜੇ ਉਹਨਾਂ ਤੋਂ ਪੁੱਛੇ ਵੀ ਇਹ ਸੌਂਦਾ ਕਿਉਂ ਨਹੀਂ, ਕੋਈ ਤਾਂ ਕਹਿ ਦੂ ਮਾੜਾ ਹੁੰਦਾ, ਕੋਈ ਜਿਹੜਾ ਵੱਧ ਵਹਿਮੀ ਆ ਉਹ ਕਹੂ ਲਾਸ਼ ਹੈ ਜਿਹੜੀ ਉੱਠ ਕੇ ਤੁਰ ਪੈਂਦੀ ਆ। ਹੁਣ ਬਜ਼ੁਰਗ ਹੈ, ਇੱਕ 90 ਸਾਲ ਦਾ ਹੋ ਕੇ ਮਰਿਆ, ਉਹਨੂੰ ਬਿਠਾ ਕੇ ਰੋਟੀ ਚਾਹ ਖਵਾਉਂਦੇ ਸੀ, ਪਾਣੀ ਪਿਲਾਉਂਦੇ ਸੀ, ਉਦੋਂ ਤਾਂ ਉਹ ਤਾਂ ਬੈਠਿਆ ਨਹੀਂ ਜਾਂਦਾ ਸੀ। ਹੁਣ ਮਰਨ ਤੋਂ ਬਾਅਦ ਉਹ ਉੱਠ ਕੇ ਚੱਲ ਪਊਗਾ, ਕਿੱਡੀ ਹਾਸੋਹੀਣੀ ਗੱਲ ਹੈ। ਪਰ ਹੈ ਇਹਦਾ ਕਾਰਨ ਇਹ ਹੈ ਵੀ ਜਿਸ ਤਰ੍ਹਾਂ ਦੇ ਹੁਣ ਮਕਾਨ ਨੇ, ਇੱਦਾਂ ਦੇ ਮਕਾਨ ਨਹੀਂ ਸੀ ਪਹਿਲਾਂ। ਕੱਚੇ ਮਕਾਨ ਹੁੰਦੇ ਸਾਰੇ, ਆਮ ਲੋਕਾਂ ਦੇ 99% ਲੋਕਾਂ ਦੇ ਕੱਚੇ ਮਕਾਨ ਹੁੰਦੇ ਸੀ। ਅੱਗੇ ਖੁੱਲ੍ਹਾ ਵਿਹੜਾ ਹੁੰਦਾ ਸੀ, ਖੁੱਲ੍ਹੇ ਵਿਹੜੇ ਦੇ ਵਿੱਚ ਡੈੱਡ ਬੋਡੀ ਲਾਸ਼ ਰੱਖੀ ਹੁੰਦੀ ਸੀ। ਫਿਰ ਇਹ ਆ ਵੀ ਜੇ ਉਹ ਸੌਂ ਜਾਣ ਤਾਂ ਰਾਤ ਨੂੰ ਜਾਨਵਰ, ਕੁੱਤੇ ਬਿੱਲੇ, ਹੋਰ ਕਿੰਨੇ ਜਾਨਵਰ ਉਹ ਲਾਸ਼ ਦੀ ਬੇਅਦਬੀ ਕਰਨਗੇ। ਇਸ ਕਰਕੇ ਉਹਦੀ ਲਾਸ਼ ਦੀ ਰਾਖੀ ਕੀਤੀ ਜਾਂਦੀ ਸੀ। ਹੁਣ ਜੇ ਅੰਦਰ ਬੈਠੇ ਆ, ਅੰਦਰ ਸੌਂ ਜਾਣਾ ਚਾਹੀਦਾ, ਕਿਉਂ ਨੀਂਦ ਖਰਾਬ ਕਰਨੀ ਚਾਹੀਦੀ ਆ ਉਹਦੇ ਕਰਕੇ। ਘੜਾ ਭੰਨਣ ਪਿੱਛੇ ਕੀ ਗੱਲ ਹੁੰਦੀ ਹੈ? ਕਹਿੰਦੇ ਵੀ ਜਦੋਂ ਆਪਾਂ ਉਹ ਕਰਦੇ ਹਾਂ, ਆਪਾਂ ਜੋ ਸਾੜਦੇ ਹਾਂ ਤਾਂ ਉਦੋਂ ਘੜਾ ਭੰਨ ਦਿੰਦੇ ਆ ਪਹਿਲਾਂ। ਹਾਂ, ਬਹੁਤ ਸਾਰੀਆਂ ਮੌਤ ਦੀਆਂ, ਵਿਆਹ ਦੀਆਂ ਰਸਮਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੀ ਕਿਸੇ ਸਮੇਂ ਲੋੜ ਸੀ, ਅੱਜ ਉਹ ਫਾਲਤੂ ਨੇ। ਜਿਵੇਂ ਹੁਣ ਡਾਕਟਰੀ ਵਿਗਿਆਨ ਆ ਗਿਆ, ਹੁਣ ਕੀ ਹੈ ਵੀ ਜਿਹੜੇ ਪੁਰਾਣੇ ਸਮੇਂ 'ਚ ਵੀ ਨਬਜ਼ ਦੇਖੀ, ਜੇ ਨਬਜ਼ ਖੜ ਗਈ ਤਾਂ ਉਹਦੀ ਮੌਤ ਹੋ ਗਈ। ਜਿਹੜਾ ਡਾਕਟਰੀ ਵਿਗਿਆਨ ਆ ਉਹ ਨਬਜ਼ ਵੀ ਤਾਂ ਦਿਲ ਨਾਲ ਸੰਬੰਧਿਤ ਹੈ। ਦਿਲ ਧੜਕਣੋਂ ਬੰਦ ਹੋ ਗਿਆ, ਉਹਦੇ ਬਿਜਲੀ ਦੇ ਝਟਕੇ ਲਾ ਕੇ, ਕਰੰਟ ਲਾ ਕੇ ਜਾਂ ਜ਼ੋਰ ਦੀ ਦਬਾ ਕੇ ਉਹਨੂੰ, ਜੇ ਸਾਡਾ ਦਿਮਾਗ ਜਿਉਂਦਾ, ਦਿਲ ਦੀ ਧੜਕਣ ਦੁਬਾਰਾ ਪੈਦਾ ਕੀਤੀ ਜਾ ਸਕਦੀ ਹੈ, ਦਿਲ ਨੂੰ ਦੁਬਾਰਾ ਕੰਮ 'ਤੇ ਲਾਇਆ ਜਾ ਸਕਦਾ। ਹੁਣ ਇਹ ਵੀ ਪਹਿਲਾਂ ਇਹ ਹੁੰਦਾ ਸੀ ਵੀ ਦੇਖਿਆ ਨਬਜ਼ ਖੜ ਗਈ, ਚਲੋ ਜੀ ਮੌਤ ਹੋ ਗਈ, ਉਦੋਂ ਬਾਅਦ ਲੈ ਕੇ ਚੱਲੋ। ਜਦੋਂ ਲੈ ਕੇ ਜਾਂਦੇ ਸੀ ਕਿਤੇ, ਜਦੋਂ ਅੱਗ ਲਾਉਣ ਲੱਗਦੇ, ਕਿਸੇ ਦਾ ਹੱਥ ਹਿੱਲ ਗਿਆ ਜਾਂ ਪੈਰ ਹਿੱਲ ਗਿਆ, ਉਹ ਪਤਾ ਲੱਗਦਾ ਵੀ ਇਹ ਤਾਂ ਜਿਉਂਦਾ, ਸਾੜ ਦਿੱਤਾ, ਵੀ ਇਹ ਤਾਂ ਗਲਤੀ ਹੋ ਗਈ, ਜਿਉਂਦੇ ਨੂੰ ਫੂਕ ਦੇਣਾ ਸੀ ਆਪਾਂ ਨੇ ਤਾਂ। ਉਹ ਫਿਰ ਕੀ ਕਰਦੇ ਸੀ, ਲਾਸ਼ ਨੂੰ ਅੱਧ ਦੇ ਵਿੱਚ ਰੱਖ ਕੇ, ਜਿੱਥੇ 2 ਬੰਦੇ ਪੈਰੀਂ ਲੱਗੇ ਹੁੰਦੇ ਆ, 2 ਬੰਦੇ ਮੋਢੇ ਵਾਲੇ ਪਾਸੇ, ਸ਼ਮਸ਼ਾਨ ਘਾਟ ਦੇ ਅੱਧ 'ਚ ਉਹ ਬਦਲ ਜਾਂਦੇ ਨੇ, ਅਗਲੇ ਪਿੱਛੇ, ਪਿਛਲੇ ਅੱਗੇ। ਇਹਦਾ ਕਾਰਨ ਇਹ ਹੈ ਵੀ ਇਹ ਪਾਸਾ, ਸਿਰ ਵਾਲਾ ਪਾਸਾ ਭਾਰਾ ਹੁੰਦਾ ਅਤੇ ਪੈਰਾਂ ਵਾਲਾ ਹਲਕਾ। ਜਿਹੜਾ ਹੁਣ ਭਾਰੇ ਵਾਲੇ ਪਾਸੇ ਨੇ ਉਹਨਾਂ ਨੂੰ ਅੱਧ ਤੋਂ ਜਾ ਕੇ ਫਿਰ ਹਲਕੇ ਵਾਲੇ ਪਾਸੇ, ਇੱਧਰੋਂ ਪੈਰਾਂ ਵਾਲੇ ਨੂੰ ਮੋਢਿਆਂ ਵਾਲੇ ਪਾਸੇ ਬਦਲ ਦਿੱਤਾ ਜਾਂਦਾ। ਅਤੇ ਜਦੋਂ ਰੱਖ ਕੇ ਬਦਲਦੇ ਆ, ਇੱਕ ਘੜਾ ਜਿਹੜੇ ਪਾਣੀ ਨਾਲ ਉਹਨੂੰ ਨਲਾਇਆ, ਪਤਾ ਵੀ ਹੁਣ ਇਹ ਪਾਣੀ ਘੜਾ ਸਾਡੇ ਵਰਤਣ ਦਾ ਨਹੀਂ ਹੈ, ਇਹਨੂੰ ਮ੍ਰਿਤਕ ਸਰੀਰ ਨੂੰ ਇਹਦੇ ਨਾਲ ਨਲਾਇਆ, ਉਹਦਾ ਕਈ ਵਾਰੀ ਮਲ ਮੂਤਰ ਲੱਗਿਆ ਹੁੰਦਾ, ਅਤੇ ਉਹ ਘੜਾ ਫਿਰ ਕੀ ਕਰਦੇ ਤੇ ਉਹਦੇ ਸਿਰ ਦੇ ਕੋਲ ਜ਼ੋਰ ਦੀ ਮਾਰਦੇ ਸੀ, ਭੰਨ ਦਿੰਦੇ ਸੀ। ਉਹ ਖੜਕਾ ਇੰਨੀ ਜ਼ੋਰ ਦੀ ਹੁੰਦਾ, ਜਿਵੇਂ ਹੁਣ ਬਿਜਲੀ ਦੇ ਸ਼ੌਕ ਲਾਉਂਦੇ ਆ, ਉਹ ਖੜਕਾ ਇੰਨਾ ਹੁੰਦੇ ਸੀ ਧੜਕਣ, ਵੀ ਜੇ ਉਹ ਦਿਲ ਹੈ ਜਿਹੜਾ ਉਹ ਦੁਬਾਰੇ ਧੜਕਣ ਲੱਗ ਜੇ ਬੰਦਾ ਜਿਉਂਦਾ ਤਾਂ ਉਹ ਧੜਕਣ ਲੱਗ ਸਕਦਾ, ਅਤੇ ਉਹ ਪਤਾ ਲੱਗ ਜੇ ਨਹੀਂ ਧੜਕਿਆ ਤਾਂ ਫਿਰ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ। ਪਰ ਹੁਣ ਸਾਨੂੰ ਵਹਿਮ ਹੈ, ਜੇ ਬੰਦਾ ਗੱਡੀ ਹੇਠਾਂ ਆ ਗਿਆ, ਆਤਮ ਹੱਤਿਆ ਕਰ ਲਈ, ਉਹਦਾ 2-3 ਟੁਕੜੇ ਆ ਸਰੀਰ ਦੇ, ਜਾਂ ਬੰਬ ਬਲਾਸਟ 'ਚ ਮਾਰਿਆ ਗਿਆ, ਉਹਦੇ ਵੀ ਸਰਾਣੇ ਅਸੀਂ ਸਿਰ ਕੋਲੇ ਜਾਂ ਆਪਣਾ ਘੜਾ ਭੰਨਦੇ ਹਾਂ, ਕਿਉਂਕਿ ਸਾਨੂੰ ਪਤਾ ਨਹੀਂ ਵੀ ਇਹਦਾ ਘੜੇ ਭੰਨਣ ਦਾ ਕਾਰਨ ਕੀ ਹੈ। ਤੇ ਮਕਾਨੇ ਜਾਣਾ, ਇਹਦੇ ਪਿੱਛੇ ਕੀ ਗੱਲ ਰਹੀ ਹੋਊਗੀ? ਪਿੱਛੇ ਬੜਾ ਬਣਿਆ ਹੋਇਆ ਜਿਵੇਂ। ਹਾਂ, ਜਿਹੜੇ ਮਕਾਨ ਜਾਂਦੇ ਅੱਗੇ, ਜਦੋਂ ਕੋਈ ਬੰਦਾ ਮਰ ਜਾਂਦਾ ਸੀ, ਕਿਉਂਕਿ ਹੱਥੀਂ ਕੰਮ ਕਰਦੇ ਸੀ, ਫਰਜ਼ ਕਰੋ ਪਿੰਡਾਂ ਦਾ 90-80% ਲੋਕ ਖੇਤੀ ਕਰਦੇ ਸੀ। ਕਿਸੇ ਜਿਹੜਾ ਮੁਖੀ ਆ ਬੰਦਾ ਮਰ ਗਿਆ ਤਾਂ ਉਹਨਾਂ ਦਾ ਕੰਮ ਦਾ, ਜਾਣੀ ਕੰਮ ਦਾ ਸੀਜ਼ਨ ਹੈ, ਕੋਈ ਕਣਕ ਵੱਢਣ ਵਾਲੀ ਆ ਜਾਂ ਕੋਈ ਹੋਰ ਇੱਦਾਂ ਦਾ ਜ਼ਰੂਰੀ ਕੰਮ ਹੈ, ਵੀ ਉਹ ਮਰ ਗਿਆ, ਉਹ ਰਹਿ ਗਿਆ, ਉਹਨਾਂ ਦਾ 5-10 ਦਿਨ ਕੰਮ ਨਹੀਂ ਹੋਣਾ। ਫਿਰ ਉਹ ਕੀ ਕਰਦੇ ਤੇ ਉਹਦੇ ਸਹੁਰਿਆਂ ਤੋਂ ਜਾਂ ਰਿਸ਼ਤੇਦਾਰਾਂ ਤੋਂ ਉਹ ਮਕਾਨ ਆਉਂਦੀ ਸੀ, ਇਕੱਠੇ ਹੋ ਕੇ ਬੰਦੇ ਆਉਂਦੇ ਸੀ, ਉਹ ਇਕੱਠੇ ਹੋ ਕੇ ਇੱਕ ਦਿਨ ਰਹਿ ਕੇ ਮਕਾਨ, ਉਹਦਾ ਘਰ ਦਾ ਸਾਰਾ ਕੰਮ ਖੇਤ ਦਾ ਉਹ ਖਤਮ ਕਰਕੇ ਚਲੇ ਜਾਂਦੇ ਸੀ, ਜਾਣੀ ਉਹ ਇੱਕ ਮਦਦ ਸੀ। ਹੁਣ ਮਕਾਨਾਂ ਵੀ ਇੰਨੀਆਂ ਮਕਾਨਾਂ ਜਾਂਦੀਆਂ ਨੇ, ਉਹ ਸਗੋਂ ਉਹਨਾਂ ਨੂੰ, ਜਿਨ੍ਹਾਂ ਦੇ ਇੱਕ ਤਾਂ ਉਂਝ ਦੁਖੀ ਹੁੰਦੇ ਨੇ, ਇੱਕ ਉਹਨਾਂ ਨੂੰ ਸਾਂਭ ਸੰਭਾਲ ਅਤੇ ਉਹਨਾਂ ਦੀ ਸੇਵਾ ਪਾਣੀ ਇੰਨਾ ਕਰਦੇ ਨੇ, ਖਰਚਾ ਹੁੰਦਾ ਅਤੇ ਸਮਾਂ ਬਰਬਾਦ ਹੁੰਦਾ। ਹੁਣ ਮਕਾਨਾਂ ਦੀ ਕੋਈ ਲੋੜ ਹੀ ਨਹੀਂ। ਫੁੱਲ ਪਾਉਣ ਜਾਂਦੇ, ਜਿਹੜਾ ਮਤਲਬ ਕਿਤੇ ਜਾਣਾ, ਦੂਰ ਜਾਣਾ, ਇਹਦੇ ਪਿੱਛੇ ਕੀ ਗੱਲ ਹੈ? ਹਾਂ, ਫੁੱਲ ਪਾਉਣ ਦਾ ਕੀ ਸੀ, ਜਿੱਦਾਂ ਪਹਿਲਾਂ ਹਰਿਦੁਆਰ ਪਾਉਂਦੇ ਸੀ, ਹੁਣ ਕੀਰਤਪੁਰ ਜਾਂ ਸਾਡੇ ਨੇੜੇ ਹੁਣ ਬਹੁਤੇ ਲੋਕ ਨਹਿਰ 'ਚ ਵੀ ਪਾ ਦਿੰਦੇ ਆ ਜਾਂ ਖੇਤ 'ਚ ਵੀ ਦੱਬ ਦਿੰਦੇ ਆ। ਇਹ ਫੁੱਲ ਪਾਉਣ ਦਾ ਕਾਰਨ ਇਹ ਸੀ ਵੀ ਜਿਹੜਾ ਪਹਿਲਾਂ ਸਾਰਾ ਰਿਕਾਰਡ ਸੀ ਉਹ ਹਰਿਦੁਆਰ ਸੀ। ਜਿੱਦਾਂ ਹੁਣ ਮਿਊਨਿਸਪਲ ਕਮੇਟੀ 'ਚ ਆ ਗਿਆ, ਪਹਿਲਾਂ ਇਹ ਹਰਿਦੁਆਰ ਸੀ। ਜਦੋਂ ਕਿਸੇ ਦੀ ਮੌਤ ਹੁੰਦੀ, ਜੇ ਕੋਈ ਝਗੜਾ ਹੁੰਦਾ ਉਹਦੀ ਜਾਇਦਾਦ ਦਾ, ਪ੍ਰਾਪਰਟੀ ਦਾ, ਤਾਂ ਫਿਰ ਉਹ ਪੰਡਿਤ ਨੂੰ ਬੁਲਾਉਂਦੇ ਉੱਥੋਂ,
ਉਹਦਾ ਵੀ ਕੌਣ ਹੱਕਦਾਰ ਹੈ ਇਹਦੀ ਜਾਇਦਾਦ ਦਾ, ਕਿਉਂਕਿ ਰਿਕਾਰਡ ਸਾਰਾ ਉਹਦੇ ਕੋਲ ਹੁੰਦਾ ਸੀ। ਹੁਣ ਰਿਕਾਰਡ ਜਦ ਲੋਕਲ ਆਪਣੇ ਕੋਲ ਆ ਗਿਆ, ਹੁਣ ਲੋਕ ਫੁੱਲ ਪਾਉਣ ਜਾਂਦੇ ਨੇ। ਹਰ ਸਾਲ ਤੁਸੀਂ ਦੇਖਦੇ ਹੋ ਹਾਦਸੇ ਵਾਪਰਦੇ ਨੇ, ਸਾਰਾ ਪਰਿਵਾਰ ਗੱਡੀ ਘਰ ਦੀ ਹੁੰਦੀ ਹੈ, ਚਲੇ ਜਾਂਦੇ ਨੇ। ਕਈ ਵਾਰੀ ਤਾਂ ਵੀ 6-6 7-7 ਮੈਂਬਰਾਂ ਦੀ ਵੀ ਮੌਤ ਹੋਈ ਆ ਫੁੱਲ ਪਾਉਣ ਜਾਂਦਿਆਂ ਦੀ। ਅਤੇ ਇੰਨਾ ਪੈਟਰੋਲ, ਇੰਨਾ ਪ੍ਰਦੂਸ਼ਣ ਫੈਲਾਉਂਦੇ ਹਾਂ ਅਸੀਂ, ਇੰਨਾ ਫਜ਼ੂਲ ਖਰਚੀ ਹੁੰਦੀ ਹੈ। ਇਹਦੇ ਤੋਂ ਬਚਿਆ ਜਾਵੇ ਤੇ ਐ ਤਾਂ ਨਹੀਂ ਵੀ ਅਸੀਂ ਅਮੀਰ ਹੋ ਜਾਾਂਗੇ, ਪਰ ਕੁਝ ਸੌਖੇ ਤਾਂ ਹੋ ਜਾਾਂਗੇ ਨਾ। ਤੇ ਸੋ ਇਹਨਾਂ ਤੋਂ ਬਚਣਾ ਚਾਹੀਦਾ। ਹੁਣ ਫੁੱਲ ਪਾਉਣ ਦੀ ਕੋਈ ਲੋੜ ਨਹੀਂ ਹੈ। ਫੁੱਲ ਜਿਹੜੇ ਲੈ ਕੇ ਜਾਂਦੇ ਸੀ ਉਹ, ਕਿਉਂਕਿ ਇਹ ਨੌਹਾਂ ਦੇ ਤੇ ਉਹ ਇੱਕ ਹੱਡੀ, ਉਹ ਲੈ ਕੇ ਤਾਂ ਜਾਂਦੇ ਸੀ, ਪੰਡਤ ਉਹਨਾਂ ਨੂੰ ਦੇਖ ਕੇ ਤਾਂ ਉਹਦੇ 'ਚ ਦਰਜ ਕਰਦਾ ਵੀ ਕਿਤੇ ਝੂਠਾ ਹੀ ਨਾ ਕੋਈ ਲਿਖਾ ਜਾਵੇ। ਇਸ ਕਰਕੇ ਉਹ ਦੇਖ ਕੇ ਉਹ ਫੁੱਲਾਂ ਨੂੰ ਉਹਦੇ ਵਿੱਚ ਦਰਜ ਕਰਕੇ ਤੇ ਉਹਨੂੰ ਫਿਰ ਪਾਣੀ ਦੇ ਵਿੱਚ ਸੁੱਟ ਦਿੰਦੇ ਸੀ। ਤੇ ਕੋਈ ਵੀ ਚੰਗਾ ਕੰਮ ਕਰਨਾ ਹੋਵੇ, ਕੋਈ ਨਵੀਂ ਚੀਜ਼ ਲਈ ਤੇਲ ਚੋਣ ਲੱਗ ਜਾਂਦੇ ਆ, ਜਿਵੇਂ ਤੇਲ ਚੋ ਕੇ ਅੰਦਰ ਰੰਗਾਉਣੀ ਕੋਈ ਗੱਡੀ, ਜਾਂ ਕੋਈ ਹੋਰ ਵੀ ਕੋਈ ਬਰਾਤ ਆ ਗਈ ਤੇਲ ਚੋਣਾ, ਇਹਦੇ ਪਿੱਛੇ ਕੀ ਗੱਲ ਰਹੀ ਹੋਊਗੀ? ਹਾਂ, ਹੁਣ ਜਿਹੜਾ ਤੇਲ ਅੱਗੇ ਨਾ, ਜਿਹੜੇ ਦਰਵਾਜ਼ੇ ਤੇ ਲੱਕੜ ਦੇ ਦਰਵਾਜ਼ੇ ਹੁੰਦੇ ਸੀ, ਲੱਕੜ ਦੇ ਦਰਵਾਜ਼ੇ ਦੇ ਨੀਚੇ ਇਸ ਤਰ੍ਹਾਂ ਦੀ ਇੱਕ ਚੂਲ ਕਹਿੰਦੇ ਸੀ ਉਸ ਨੂੰ, ਇੱਦਾਂ ਦੀ ਉਹ ਫੱਟੀ, ਜਿਹੜੇ ਗੋਲ ਉਹ ਗੋਲਾ ਇੱਕ ਵਧਿਆ ਹੁੰਦਾ ਸੀ, ਉਹਦੇ ਨੀਚੇ ਇਸ ਤਰ੍ਹਾਂ ਛਿੱਤਰ ਇੱਕ ਟੁੱਟੀ ਜੁੱਤੀ ਦਾ ਨਾ ਉਹ ਰੱਖਿਆ ਹੁੰਦਾ ਸੀ। ਜਦੋਂ ਦਰਵਾਜ਼ਾ ਖੁੱਲ੍ਹਦਾ ਐ ਬੰਦ ਹੁੰਦਾ ਘੁੰਮਦਾ ਤਾਂ ਚੀਂ 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 ਦੀ ਆਵਾਜ਼ ਕਰਦਾ ਸੀ। ਜਦੋਂ ਖੁਸ਼ੀ ਹੈ, ਤੇਲੋਂ ਤਾਂ ਮਹਿੰਗਾ ਹੁੰਦਾ, ਫਿਰ ਜੋ ਕੋਈ ਵਿਆਹ ਹੈ ਜਾਂ ਖੁਸ਼ੀ ਦੀ ਗੱਲ ਹੈ, ਉਸ ਦੇ ਵਿੱਚ ਥੋੜ੍ਹਾ ਜਿਹਾ ਤੇਲ ਪਾ ਦਿੰਦੇ ਸਰੋਂ ਦਾ, ਫਿਰ ਆਰਾਮ ਨਾਲ ਇੱਕ ਤਾਂ ਖੁੱਲ੍ਹਣ ਸੌਖਾ ਲੱਗ ਜਾਂਦਾ ਸੀ, ਇੱਕ ਆਵਾਜ਼ ਨਹੀਂ ਦਿੰਦਾ ਸੀ। ਹੁਣ ਅਸੀਂ ਫਰਸ਼ ਦੇ ਉੱਤੇ ਤੇਲ ਪਾਉਂਦੇ ਹਾਂ, ਤੇਲ ਦਾ ਵੀ ਨੁਕਸਾਨ ਕਰਦੇ ਹਾਂ ਅਤੇ ਫਰਸ਼ ਵੀ ਖਰਾਬ ਕਰਦੇ ਹਾਂ। ਹੁਣ ਇਹਦੀ ਲੋੜ ਨਹੀਂ ਹੈ। ਤੇ ਛੜਮਾਲੇ ਦੇ ਪਿੱਛੇ ਕੀ ਗੱਲ ਹੁੰਦੀ ਵੀ ਵਿਆਹ ਕਰਨਾ ਛੜਬਾਲਾ ਨਾਲ ਲੈ ਕੇ ਜਾਣਾ, ਇਹਦੇ ਪਿੱਛੇ ਕੀ ਰੀਜ਼ਨ ਰਿਹਾ ਕੁਝ ਹੁੰਦਾ? ਹਾਂ, ਹੁਣ ਸਰਵਾਲਾ ਕਿਉਂ ਲੈ ਕੇ ਜਾਂਦੇ ਆ? ਜਦੋਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਵਿਆਹ ਹੁੰਦਾ ਸੀ, ਅਤੇ ਜਦੋਂ ਵਿਆਹ ਕੇ ਪਰਿਵਾਰ ਦੇ ਮੈਂਬਰ ਜਾਣੀ ਘਰ ਦੇ 5-4 ਜੀ ਚਲੇ ਜਾਂਦੇ ਤੇ, ਜਦੋਂ ਵਾਪਸ ਆਉਂਦੇ ਸੀ, ਅੱਗੇ ਜੰਗਲ ਬਹੁਤ ਸੀ, ਦਰਖਤ ਸੀ, ਲੁੱਟਾਂ ਖੋਹਾਂ ਬਹੁਤ ਸੀਆਂ, ਪੁਲਿਸ ਉਦੋਂ ਹੁੰਦੀ ਨਹੀਂ ਸੀ, ਉਹ ਰਸਤੇ ਦੇ ਵਿੱਚ ਲੁੱਟ ਲੈਂਦੇ ਸੀ। ਅਤੇ ਇਹਦੇ ਦੇ ਵਿੱਚੋਂ ਫਿਰ ਸਾਡੇ ਬਜ਼ੁਰਗਾਂ ਨੇ ਸੋਚਿਆ ਵੀ ਤੁਸੀਂ ਬਰਾਤ ਘਰ ਘਰ ਦਾ ਬੰਦਾ ਜਾਇਆ ਕਰੋ। ਜਦੋਂ ਕਿਸੇ ਦਾ ਵਿਆਹ ਹੁੰਦਾ ਪਿੰਡ 'ਚ, ਜੇ 100 ਘਰ ਨੇ, 100 ਬੰਦਾ ਨਾਲ ਜਾਇਆ ਕਰੋ। ਉਹ ਜਦੋਂ 100 ਬੰਦਾ ਇਕੱਠਾ ਹੋ ਕੇ ਉਹ ਵਿਆਹ ਵਾਲੇ ਮੁੰਡੇ ਨੂੰ ਵਿਆਹੁਣ ਜਾਂਦਾ, ਤਾਂ ਫਿਰ 5-4 ਜਿਹੜੇ ਲੁਟੇਰੇ ਤੇ ਉਹ ਡਰਨ ਲੱਗੇ। ਇਸੇ ਕਰਕੇ ਉਹਦੇ ਹੱਥ 'ਚ, ਜਿਹੜਾ ਵਿਆਹ ਵਾਲਾ ਮੁੰਡਾ, ਤਲਵਾਰ ਹੁੰਦੀ ਸੀ। ਵੀ ਸਭ ਤੋਂ ਵਧੀਆ ਤਲਵਾਰਾਂ ਇੰਨੀਆਂ ਤਾਂ ਉਦੋਂ ਹੁੰਦੀਆਂ ਨਹੀਂ ਸੀ, ਪੈਸੇ ਨਹੀਂ ਹੁੰਦੇ ਸੀ, ਇੱਕ ਅੱਧੀ ਹੁੰਦੀ ਸੀ, ਉਹ ਲਿਆ ਕੇ ਉਹਦੇ ਹੱਥ 'ਚ ਦੇ ਦਿੰਦੇ ਸੀ, ਤਾਂ ਕਿ ਇਹ ਸਭ ਤੋਂ ਸੁਰੱਖਿਅਤ ਵੀ ਸਾਡਾ ਹੀਰੋ ਹੈ, ਉਹਦੇ ਹੱਥ 'ਚ ਤਲਵਾਰ ਹੁੰਦੀ ਸੀ। ਹੁਣ ਕੀ ਹੈ ਵੀ ਇਹੋ ਜਿਹੇ ਸਮੇਂ ਜਦੋਂ ਫੇਰ ਵੀ ਜੇ ਕਿਤੇ ਲੜਾਈ ਝਗੜਾ ਹੋ ਜੇ, ਲੁਟੇਰੇ ਵੱਧ ਗਿਣਤੀ 'ਚ ਆ ਜਾਣ ਅਤੇ ਵਿਆਹ ਵਾਲਾ ਮੁੰਡਾ ਲੜਾਈ ਦੇ ਵਿੱਚ ਮਾਰਿਆ ਜਾਵੇ, ਫਿਰ ਵੀ ਜਿਹੜੀ ਬਹੂ ਨੂੰ, ਕੁੜੀ ਨੂੰ ਵਿਆਹ ਕੇ ਲਿਆ ਰਹੇ ਨੇ, ਉਹਦਾ ਕੀ ਕੀਤਾ ਜਾਵੇ? ਉਹਨੂੰ ਵਾਪਸ ਪੇਕਿਆਂ ਦੇ ਘਰ ਛੱਡ ਕੇ ਜਾਈਏ ਜਾਂ ਨਾਲ ਲੈ ਕੇ ਜਾਈਏ? ਉਹਦਾ ਫਿਰ ਸਾਡੇ ਬਜ਼ੁਰਗਾਂ ਨੇ ਹੱਲ ਲੱਭਿਆ ਵੀ ਜਿਹੜਾ ਵਿਆਹ ਵਾਲਾ ਮੁੰਡਾ ਹੈ, ਜਾਂ ਤਾਂ ਉਹਦਾ ਛੋਟਾ ਭਰਾ ਉਹ ਤੋਂ 1-2 ਸਾਲ ਛੋਟਾ, ਜਾਂ ਉਹਦੇ ਤਾਏ ਚਾਚੇ ਦਾ ਮੁੰਡਾ, ਅਤੇ ਉਹਨੂੰ ਸਰਬਾਲਾ ਬਣਾ ਕੇ ਨਾਲ ਲੈ ਜਾਂਦੇ ਸੀ। ਉਹ ਫਿਰ ਜੇ ਰਸਤੇ 'ਚ ਇਸ ਤਰ੍ਹਾਂ ਦਾ ਕਿਤੇ ਹਾਦਸਾ ਹੋ ਗਿਆ, ਫਿਰ ਉਹ ਕੁੜੀ ਨੂੰ ਉਹ ਸਰਬਾਲੇ ਦੇ ਨਾਲ ਲਾ ਦਿੰਦੇ ਸੀ। ਅਤੇ ਹੁਣ ਜਿਹੜਾ ਸਰਬਾਲਾ 3-4 ਸਾਲ ਦਾ ਮੁੰਡਾ, ਉਹਨੂੰ ਵੀ ਬਣਾ ਕੇ ਲੈ ਜਾਂਦੇ ਆ, ਕਿਉਂਕਿ ਪਤਾ ਨਹੀਂ ਵੀ ਉਹਦਾ ਕੀ ਪਤਾ ਨਹੀਂ ਜੀ। ਅਤੇ ਮੇਨ ਗੱਲ ਹੁਣ ਐਵੇਂ ਕਿ ਇੱਕ ਜਨਮ ਪੱਤਰੀ ਬਣਾਈ ਜਾਂਦੀ, ਬੱਚਾ ਜੰਮਦਾ ਜਦੋਂ, ਕਈ ਪਰਿਵਾਰ ਬਣਾਉਂਦੇ ਜਨਮ ਪੱਤਰੀ ਬੱਚੇ ਦਾ ਭਵਿੱਖ ਜਾਣਨ ਨੂੰ। ਇਹ ਕੀ ਸੱਚਾਈ ਹੈ ਇਹਦੇ ਪਿੱਛੇ ਵੀ, ਕੀ ਕਿਵੇਂ ਸੱਚ ਹੁੰਦਾ ਜਾਂ ਕੀ ਹੁੰਦਾ ਪਿੱਛੇ? ਨਹੀਂ, ਜਨਮ ਪੱਤਰੀ ਦਾ ਮਤਲਬ ਇਹ ਤਾਂ ਹੋ ਸਕਦਾ ਵੀ ਉਹਦਾ ਜਨਮ ਕਦੋਂ ਹੋਇਆ, ਕਿੱਡਾ ਹੋ ਗਿਆ, ਪਰ ਉਹ ਜਿਹੜਾ ਜਨਮ ਪੱਤਰੀ ਦੇਖ ਕੇ ਮਿਲਾਉਂਦੇ ਨੇ, ਗੁਣ ਮਿਲਾਉਂਦੇ ਨੇ, ਗੁਣ ਮਿਲਾ ਕੇ ਵਿਆਹ ਕਰਦੇ ਨੇ। ਅਤੇ ਸਾਡੇ ਹਿੰਦੁਸਤਾਨ ਦੇ ਵਿੱਚ ਸਾਰੇ ਉਹ ਗੁਣ ਮਿਲਾਉਂਦੇ ਆ, ਕਹਿੰਦੇ ਨੇ ਇੰਨੇ ਗੁਣ ਮਿਲੇ। ਅਤੇ ਤਲਾਕ ਸਾਡੇ ਦੇਖ ਲਓ, ਸਭ ਜਿਵੇਂ ਪੰਜਾਬ 'ਚ ਹੀ ਲਾ ਲਓ ਵੀ ਅੱਧੀ ਗਿਣਤੀ ਸਿੱਖਾਂ ਦੀ, ਅੱਧੀ ਗਿਣਤੀ ਹਿੰਦੂਆਂ ਦੀ ਹੈ। ਜੇ ਆਪਾਂ ਉਹ ਕੱਢੀਏ, ਸਿੱਖ ਨੇ ਜਿਹੜੇ ਉਹ ਨਹੀਂ ਮਿਲਾਉਂਦੇ ਜਨਮ ਪੱਤਰੀਆਂ, ਅਤੇ ਹਿੰਦੂ ਮਿਲਾਉਂਦੇ ਨੇ, ਅਤੇ ਜਦੋਂ ਤਲਾਕਾਂ ਦੀ ਐਵਰੇਜ ਕੱਢੀਏ ਤਾਂ ਹਿੰਦੂਆਂ ਦੇ ਤਲਾਕ ਜ਼ਿਆਦਾ ਹੁੰਦੇ ਨੇ। ਸੋ ਇਸ ਕਰਕੇ ਉਹ ਜਨਮ ਪੱਤਰੀ ਦਾ ਕੋਈ ਉਹਦੇ ਨਾਲ ਕੋਈ ਉਹਦਾ ਕੀ ਬਣੂਗਾ, ਕਿਹਾ ਜਾ ਉਹ ਪੜ੍ਹੂਗਾ ਨਹੀਂ ਪੜ੍ਹੂਗਾ, ਬਿਮਾਰ ਹੋਊ ਨਹੀਂ ਬਿਮਾਰ ਹੋਊ, ਉਹ ਜਨਮ ਪੱਤਰੀ ਦੇ ਮੁਤਾਬਕ ਕੋਈ ਇੱਦਾਂ ਦੀ ਉਹ ਨਹੀਂ। ਬੰਦੇ ਨੇ ਕਿਹਾ ਜਾ ਬਣਨਾ, ਉਹ ਸਿਸਟਮ ਹੈ। ਜੇ ਸਾਡੇ ਸਿਸਟਮ ਜਿਹੜਾ ਉਹ ਰੁਜ਼ਗਾਰ ਨਹੀਂ ਦਿੰਦਾ, ਤਾਂ ਜਨਮ ਪੱਤਰੀਆਂ ਬਣਾਈਆਂ ਹੁਣ ਉਹ ਕਹੀ ਜਾਣ ਰੁਜ਼ਗਾਰ ਮਿਲੂਗਾ। ਅਤੇ ਹੁਣ ਦੇਖੋ ਜਿਵੇਂ ਨੌਕਰੀਆਂ ਇੰਨੀਆਂ ਘੱਟ ਗਈਆਂ ਨੇ, ਅਤੇ ਉਹ ਜਨਮ ਪੱਤਰੀਆਂ ਤਾਂ ਉਸ ਗ੍ਰਹਿਆਂ ਦੇ ਮੁਤਾਬਕ ਬਣਾਉਂਦੇ ਨੇ ਵੀ ਇਹਨੂੰ ਸਰਕਾਰੀ ਨੌਕਰੀ ਮਿਲੂ। ਹੁਣ ਜਿੱਦਾਂ ਬਿਜਲੀ ਬੋਰਡ 'ਚ ਪਹਿਲਾਂ 2 ਲੱਖ ਮੁਲਾਜ਼ਮ ਅਤੇ ਹੁਣ 25,000 ਹੈ, ਅਤੇ 1,75,000 ਉਹ ਜਨਮ ਪੱਤਰੀ ਦੇ ਮੁਤਾਬਕ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਰੁਜ਼ਗਾਰ, ਜਦ ਗ੍ਰਹਿ ਤਾਂ ਉਹੀ ਨੇ, ਉਸੇ ਤਰ੍ਹਾਂ ਦੇ ਨੇ, ਪਰ ਉਹ ਨਹੀਂ ਮਿਲਦਾ ਹੈਗਾ। ਇਸ ਕਰਕੇ ਜਨਮ ਪੱਤਰੀ ਦੇ ਮੁਤਾਬਕ ਜੇ ਕੋਈ ਵਿਆਹ ਕਰਦਾ ਤਾਂ ਉਹ ਠੀਕ ਨਹੀਂ। ਬੰਦੇ ਦੇ ਜਾਣੀ
ਉਹਦੇ ਛਾਣਬੀਣ ਕਰਨੀ ਚਾਹੀਦੀ ਆ ਵੀ ਮੁੰਡਾ ਕੋਈ ਨਸ਼ਾ ਤਾਂ ਨਹੀਂ ਕਰਦਾ, ਮੁੰਡਾ ਕੁੜੀ ਨੂੰ ਜਾਣੀ ਘਰ ਦਾ ਗੁਜ਼ਾਰਾ ਬੱਚੇ ਪਾਲਣ ਦੇ ਯੋਗ ਹੈਗਾ, ਜਾਂ ਮੁੰਡਾ ਕੰਮ ਕਰਦਾ ਮਿਹਨਤੀ ਹੈ, ਉਹ ਦੇਖਣਾ ਚਾਹੀਦਾ, ਨਾ ਕਿ ਉਹ ਜਨਮ ਪੱਤਰੀ ਦੇ ਉੱਤੇ ਕੁਝ ਨਹੀਂ ਲਿਖਿਆ। ਭੂਤ ਪ੍ਰੇਤ ਵਹਿਮ ਦਾ ਪਾਉਂਦੇ ਹੁੰਦੇ ਆ ਵੀ ਜੇ ਭੂਤ ਆ ਗਿਆ ਜਾਂ ਕਿੱਥੇ ਕੋਈ ਵਸਦੀ ਆਤਮਾ, ਇਹ ਪਿੱਛੇ ਕੀ ਕਿੱਥੋਂ ਸ਼ੁਰੂ ਹੋਇਆ ਵੀ ਲੋਕ ਕਿਉਂ ਵਹਿਮ ਪਾਉਣ ਲੱਗੇ ਸਭ ਕੁਝ? ਹਾਂ, ਜਿਹੜੀ ਭੂਤ ਪ੍ਰੇਤ ਦੀ ਉਹ ਹੈ ਵਹਿਮ ਹੈ, ਅਸਲ 'ਚ ਤਾਂ ਜਿਹਦੇ ਪਿਛੋਕੜ 'ਚ ਜਾਈਏ, ਜਿਵੇਂ ਹਰ ਜਾਨਵਰ ਹਰ ਜੀਵ ਮਰਨ ਤੋਂ ਡਰਦਾ, ਮਨੁੱਖ ਸਭ ਤੋਂ ਵੱਧ ਡਰਦਾ ਵੀ ਮੈਂ ਮਰਾਂ ਨਾ। ਇਹ ਸਾਡੇ ਬਜ਼ੁਰਗਾਂ ਨੇ ਇਹ ਡਰ ਕੱਢਣ ਵਾਸਤੇ ਵੀ ਮੌਤ ਦਾ ਡਰ ਬੰਦੇ ਨੂੰ ਨਾ ਰਹੇ, ਉਹਨਾਂ ਨੇ ਕਿਹਾ ਵੀ ਜਿਹੜੀ ਮੌਤ ਹੈ ਉਹ ਤਾਂ ਇਕੱਲੇ ਸਰੀਰ ਦੀ ਹੁੰਦੀ ਹੈ, ਜਿਹੜੀ ਆਤਮਾ ਹੈ ਉਹ ਤਾਂ ਨਿਕਲ ਕੇ ਚਲੀ ਜਾਂਦੀ, ਆਤਮਾ ਤਾਂ ਜਿਉਂਦੀ ਰਹਿੰਦੀ ਆ। ਉਹਨੇ ਤਾਂ ਜਿਵੇਂ ਆਪਾਂ ਕੱਪੜੇ ਬਦਲਦੇ ਹਾਂ ਇਸ ਤਰ੍ਹਾਂ ਸਰੀਰ ਬਦਲਣਾ, ਦੂਜੇ ਸਰੀਰ 'ਚ ਚਲੀ ਜਾਊਗੀ। ਇਹ ਲੋਕਾਂ ਦਾ ਡਰ ਕਾਫੀ ਘਟ ਗਿਆ। ਪਰ ਇਹ ਜਾਣੀ ਹੁੰਦਾ ਵਹਿਮ ਹੈ, ਕੋਈ ਵੀ ਸਵਰਗ ਨਰਕ ਬਣਾ ਤੇ ਵੀ ਸਵਰਗ 'ਚ ਜਾਂਦਾ ਬੰਦਾ, ਨਰਕ 'ਚ ਜਾਂਦਾ, ਚੰਗੇ ਕੰਮ ਨੇ ਸਵਰਗ 'ਚ ਜਾਂਦਾ, ਮਾੜੇ ਕੰਮ ਨੇ ਨਰਕ 'ਚ ਜਾਂਦਾ। ਜਾਂ ਕਿਸੇ ਨੇ ਦੂਜੀ ਇੱਕ ਥਿਊਰੀ ਹੈ ਵੀ 84 ਲੱਖ ਜੂਨਾਂ ਨੇ 84 ਲੱਖ ਜੂਨਾਂ 'ਚ ਘੁੰਮਦਾ, ਇੱਕ ਆ ਗਿਆ ਵੀ ਜਿਹੜੀ ਉਹ ਆਤਮਾ ਉਹਦੀ ਉਹ ਭਟਕਦੀ ਰਹਿੰਦੀ ਆ, ਉਹ ਭੂਤ ਪ੍ਰੇਤ ਹੋ ਜਾਂਦੇ। ਇਹ ਇੱਕ ਮਾਨਸਿਕ ਰੋਗ ਹੈ। ਮਾਨਸਿਕ ਰੋਗਾਂ ਦਾ ਇਲਾਜ ਮਾਨਸਿਕ ਰੋਗਾਂ ਦੇ ਡਾਕਟਰਾਂ ਕੋਲ ਹੈ, ਜਿਵੇਂ ਅੱਖਾਂ ਦਾ ਡਾਕਟਰ ਹੈ, ਦਿਲ ਦੇ ਰੋਗਾਂ ਦਾ ਡਾਕਟਰ ਹੈ, ਇਸ ਤਰ੍ਹਾਂ ਮਾਨਸਿਕ ਰੋਗਾਂ ਦੇ ਡਾਕਟਰ ਹੁੰਦੇ ਨੇ, ਉਹਨਾਂ ਕੋਲ ਇਲਾਜ ਕਰਾਉਣਾ ਚਾਹੀਦਾ। ਪਰ ਸਾਡੇ ਲੋਕ ਕੀ ਕਰਦੇ ਨੇ, ਜਦੋਂ ਕੋਈ ਇਸ ਤਰ੍ਹਾਂ ਦੀ ਮੁਸੀਬਤ ਆਉਂਦੀ ਹੈ ਉਹ ਜ਼ਿਆਦਾ ਸਿਆਣਿਆਂ ਕੋਲੇ, ਸਾਧੂ ਸੰਤਾਂ ਕੋਲੇ ਜਾਂਦੇ ਨੇ। ਜਿਵੇਂ ਪਿੱਛੇ ਜੇ ਮੋਗੇ ਜ਼ਿਲ੍ਹੇ ਦਾ ਮੋਗੇ ਕੋਲੇ ਇੱਕ ਪਿੰਡ ਹੈ ਭਿੰਡਰ ਕਲਾਂ, ਉੱਥੇ ਇੱਕ 6ਵੀਂ 'ਚ ਪੜ੍ਹਦੀ 10-11 ਸਾਲ ਦੀ ਕੁੜੀ ਨੂੰ ਬੁਖਾਰ ਹੋ ਗਿਆ, ਦਿਮਾਗੀ ਬੁਖਾਰ ਹੋਇਆ, ਅਤੇ ਉਹ ਕਮਲੀ ਜਿਹੀਆਂ ਗੱਲਾਂ ਕਰਨ ਲੱਗੀ, ਅਤੇ ਬਜ਼ੁਰਗ ਕਹਿੰਦੇ ਵੀ ਇਹਨੂੰ ਡਾਕਟਰ ਕੋਲੇ ਨਾ ਲੈ ਕੇ ਜਾਓ, ਇਹਨੂੰ ਤਾਂ ਕੋਈ ਓਪਰੀ ਕਸਰ ਹੈ। ਤਾਂ ਉਸ ਪਿੰਡ 'ਚ ਇੱਕ ਬੀਬੀ ਸੀ ਜਿਹੜੀ ਉਹ ਪੁੱਛਾ ਦਿੰਦੀ ਸੀ, ਚੌਂਕੀ ਲਾਉਂਦੀ ਸੀ, ਉਹਦੇ ਕੋਲੇ ਲੈ ਕੇ ਚਲੇ ਗਏ। ਉਹ ਕਹਿੰਦੀ ਇਹਨੂੰ ਤਾਂ ਭੂਤ ਚਿੰਬੜਿਆ ਹੋਇਆ। ਉਹ ਚਿਮਟੇ ਲੈ ਕੇ ਉਹਨੂੰ ਕੁੱਟਣ ਲੱਗ ਗਈ, ਅਤੇ ਉਹ ਕਾਫੀ ਦੇਰ ਅੱਧਾ ਘੰਟਾ ਉਸ ਦੀ ਮਾਰ ਕੁਟਾਈ ਕਰਦੀ ਰਹੀ। ਕੁੜੀ ਕਮਜ਼ੋਰ ਸੀ, ਕੁਝ ਬਿਮਾਰ ਸੀ, ਉੱਥੇ ਹੀ ਉਸ ਦੀ ਮੌਤ ਹੋ ਗਈ। ਜਾਣੀ ਲੋਕ ਇਹ ਵਹਿਮਾਂ 'ਚ ਪੈ ਕੇ ਆਪਣਾ ਬਹੁਤ ਸਾਰਾ ਨੁਕਸਾਨ ਕਰਾਉਂਦੇ ਆ, ਜਦ ਕਿ ਇਹ ਮਾਨਸਿਕ ਰੋਗ ਆ। ਪਰ ਜਿਹਨੂੰ ਭੂਤ ਪ੍ਰੇਤ ਜਿਹਦੇ 'ਚ ਆਉਂਦੀ ਆ, ਉਹ ਬੰਦਾ ਦੁਖੀ ਹੁੰਦਾ, ਜਾਂ ਤਾਂ ਉਹ ਬੰਦਾ ਪਖੰਡ ਕਰਦਾ, ਜਾਂ ਉਹ ਵਿਤਕਰੇ ਦਾ ਸ਼ਿਕਾਰ ਹੁੰਦਾ, ਉਹਦੇ ਨਾਲ ਵਿਤਕਰਾ ਹੁੰਦਾ। ਜੇ ਘਰ ਦੇ ਹਾਲਾਤ ਠੀਕ ਕਰ ਦਿੱਤੇ ਜਾਣ, ਜਾਂ ਜਿਹੜਾ ਕਾਰਨ ਕਰਕੇ ਉਹਨੂੰ ਕਸਰ ਹੁੰਦੀ ਹੈ, ਕਸਰ ਦਾ ਮਤਲਬ ਕਮੀ ਹੈ ਨਾ, ਵੀ ਉਹਦੇ ਕਿਤੇ ਘਰ ਦੇ ਵਿੱਚ ਉਹਨੂੰ ਮਾਣ ਸਨਮਾਨ ਨਹੀਂ ਮਿਲ ਰਿਹਾ, ਉਹਦੇ 'ਚ ਖਾਣ ਪੀਣ ਦਾ ਵਿਤਕਰਾ ਹੋ ਰਿਹਾ, ਤਾਂ ਉਹਨੂੰ ਜਿਹੜਾ ਮਾਨਸਿਕ ਰੋਗੀ ਬਣ ਜਾਂਦਾ, ਉਹਨੂੰ ਫਿਰ ਭੂਤ ਪ੍ਰੇਤ ਦੀ ਕਸਰ ਜਿਹੜੀ ਉਹ ਵਹਿਮ ਹੈ ਉਹ ਹੋ ਜਾਂਦਾ, ਉਹ ਮਾਨਸਿਕ ਰੋਗੀ ਬਣ ਜਾਂਦਾ।